ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਫਤਿਹ। ਦਾਸ ਬਲਿਹਾਰ ਸਿੰਘ ਰਾਮੇਵਾਲ ਹਰ ਹਫ਼ਤੇ ਦੀ ਤਰ੍ਹਾਂ ਤੁਹਾਡਾ ਆਪਣਾ ਪ੍ਰੋਗਰਾਮ ਲੈ ਕੇ ਅੱਜ ਫਿਰ ਹਾਜ਼ਰ ਹੋਇਆ। ਵੈਸੇ ਅਸੀਂ ਮੰਗਲਵਾਰ ਨੂੰ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ, ਪਰ ਜੋ ਸਿੱਖ ਚੈਨਲ ਨੇ ਪਹਿਲੇ ਦਿਨ ਤੋਂ ਤੁਹਾਡੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਪੰਜਾਬ ਦੀ ਧਰਤੀ ਤੋਂ ਕੋਈ ਵੀ ਲੀਡਰ ਸਾਹਿਬਾਨ, ਕੋਈ ਵੀ ਤਖਤ ਸਾਹਿਬਾਨ ਦਾ ਜਥੇਦਾਰ ਸਾਹਿਬਾਨ, ਕੋਈ ਵੀ ਸਿੰਘ ਸਾਹਿਬਾਨ ਅਤੇ ਕੋਈ ਵੀ ਮਹਾਨ ਹਸਤੀ ਅਗਰ ਪੰਜਾਬ ਦੀ ਧਰਤੀ ਤੋਂ ਇੰਗਲੈਂਡ ਦੀ ਧਰਤੀ 'ਤੇ ਆਉਂਦੀ ਹੈ ਤਾਂ ਅਸੀਂ ਕੋਸ਼ਿਸ਼ ਕਰਾਂਗੇ 100% ਕਿ ਉਹਨਾਂ ਨੂੰ ਤੁਹਾਡੇ ਰੂਬਰੂ ਕਰਾ ਸਕੀਏ। ਸੋ ਇਸੇ ਹੀ ਕੜੀ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ 550 ਸਾਲਾਂ ਤੋਂ ਜੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆ ਰਿਹਾ, ਜੋ 12 ਨਵੰਬਰ ਨੂੰ ਮੁੱਖ ਸਮਾਗਮ ਹੋਣਗੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ, ਕਰਤਾਰਪੁਰ ਸਾਹਿਬ ਵਿਖੇ, ਨਨਕਾਣਾ ਸਾਹਿਬ ਵਿਖੇ ਅਤੇ ਹੋਰ ਦੁਨੀਆ ਦੇ ਕੋਨੇ 'ਚ ਆਪਾਂ ਇਹ ਜੋ ਬਾਬੇ ਨਾਨਕ ਜੀ ਦਾ ਗੁਰਪੁਰਬ ਆ ਰਿਹਾ ਉਹਨੂੰ ਮਨਾ ਰਹੇ ਹਾਂ। ਹਰ ਇੱਕ ਸਿੱਖ ਦੀ ਇੱਕ ਦਿਲੀ ਖੁਸ਼ੀ ਵੀ ਆ, ਚਾਹਤ ਵੀ ਆ ਕਿ ਜਿੰਨੇ ਪਲ ਵੀ ਹਨ ਉਹ ਇਸ ਘੜੀ ਦੇ ਵਿੱਚ ਗੁਜ਼ਰਨ ਕੇ ਆਪਾਂ ਉਸ ਦਿਨ ਨੂੰ ਦੇਖ ਸਕੀਏ, ਕਿਉਂਕਿ ਇਹੋ ਜਿਹੀਆਂ ਸ਼ਤਾਬਦੀਆਂ ਕਰਮਾਂ ਵਾਲਿਆਂ ਦੇ ਹਿੱਸੇ ਆਉਂਦੀਆਂ ਨੇ। ਕਿਉਂਕਿ ਮਨੁੱਖਾ ਜਨਮ ਜਿਹਨੂੰ ਸਭ ਤੋਂ ਉੱਤਮ ਜਨਮ ਮੰਨਿਆ ਗਿਆ, ਅਤੇ ਇਹਦੇ ਵਿੱਚ ਆਪਣੇ ਹਿੱਸੇ ਜੋ ਇਹ ਆ ਰਿਹਾ ਅਤੇ ਆਪਾਂ ਵੀ ਕਰਮਾਂ ਵਾਲੇ ਹਾਂ ਕਿ 550 ਸਾਲਾ ਆਪਣੇ ਹਿੱਸੇ ਆ ਰਿਹਾ। ਅਤੇ ਸਾਡੀ ਤਾਂ ਗੁਰੂ ਚਰਨਾਂ 'ਚ ਅਰਦਾਸ ਆ ਕਿ ਹਰ ਇੱਕ ਪ੍ਰਾਣੀ, ਕਿਉਂਕਿ ਦੁਨੀਆ 'ਤੇ ਜੇ ਕੋਈ ਆਉਂਦਾ ਤਾਂ ਉਹਨੇ ਜਾਣਾ ਵੀ ਹੈਗਾ, ਲੇਕਿਨ ਇਹ ਜੇ ਸਮਾਗਮ ਨੇ ਅਗਰ ਕੋਈ ਸਿਆਣਾ ਹੋ ਗਿਆ ਜਾਂ ਕੋਈ ਕੁਛ ਵੀ ਆ, ਮੇਰੇ ਕਹਿਣ ਤੋਂ ਭਾਵ ਉਹਨਾਂ ਚਿਰ ਵਾਹਿਗੁਰੂ ਉਹਨਾਂ 'ਤੇ ਕਿਰਪਾ ਰੱਖਣ, ਕਿਉਂਕਿ ਇਹ ਸਮਾਗਮ ਦੇਖਣ, ਇਹ ਮਹਾਨ ਸਮਾਗਮ ਨੇ। ਸੋ ਮੈਂ ਗੱਲ ਕਰ ਰਿਹਾ ਸੀ ਕਿ ਪੰਜਾਬ ਦੀ ਧਰਤੀ ਤੋਂ ਅੱਜ ਜਿੱਥੇ ਅਚੇਚੇ ਤੌਰ 'ਤੇ ਸਿੱਖ ਚੈਨਲ ਦੇ ਸਟੂਡੀਓ 'ਚ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਮੁੱਖ ਹੈੱਡ ਗ੍ਰੰਥੀ ਵਜੋਂ ਸੇਵਾ ਨਿਭਾ ਰਹੇ ਸਿੰਘ ਸਾਹਿਬ ਗਿਆਨੀ ਫੂਲਾ ਸਿੰਘ ਜੀ, ਜੋ ਅਚੇਚੇ ਤੌਰ 'ਤੇ ਇੰਗਲੈਂਡ ਦੀ ਧਰਤੀ 'ਤੇ ਆਉਣ 'ਤੇ ਸਾਡੇ ਬੇਨਤੀ ਕਰਨ 'ਤੇ ਇੱਥੇ ਪੁੱਜੇ ਨੇ। ਸੋ ਉਹਨਾਂ ਦਾ ਮੈਂ ਸਿੱਖ ਚੈਨਲ ਦੇ ਸਟੂਡੀਓ 'ਤੇ ਆਉਣ 'ਤੇ ਜੀਆਂ ਵੀ ਆਖਦਾ ਹਾਂ। ਅੱਜ ਸਿੱਖ ਚੈਨਲ ਦੇ ਸਟੂਡੀਓ ਜਿੱਥੇ ਮੇਰੇ ਨਾਲ ਤੁਸੀਂ ਹਰ ਹਫ਼ਤੇ ਵੇਖਦੇ ਹੋ ਕਿ ਸਰਦਾਰ ਧਨਵੰਤ ਸਿੰਘ ਜੀ ਬਾੜਾ ਸਾਹਿਬ ਅਤੇ ਜੋ ਪੰਜਾਬ ਦੀ ਧਰਤੀ ਤੋਂ ਆਏ ਨੇ ਸਿੰਘ ਸਾਹਿਬ ਗਿਆਨੀ ਫੂਲਾ ਸਿੰਘ ਜੀ, ਅਤੇ ਜੋ ਮਾਨਚੈਸਟਰ ਤੋਂ ਮੇਰੇ ਵੀਰ ਆਏ ਨੇ, ਜੋ ਉੱਥੇ ਉਹਨਾਂ ਨੇ ਇੱਕ ਸੇਵਾ ਸੁਸਾਇਟੀ ਵੀ ਬਣਾਈ ਹੋਈ ਸਿੱਖ ਸਮਾਗਮ ਸੇਵਾ ਮਾਨਚੈਸਟਰ, ਉਹਨਾਂ ਦੇ ਜੋ ਮੁੱਖ ਸੇਵਾਦਾਰ ਨੇ ਪ੍ਰਭਜੋਤ ਸਿੰਘ ਜੀ, ਉਹ ਵੀ ਆਏ ਨੇ, ਉਹਨਾਂ ਨੂੰ ਵੀ ਜੀ ਆਖਦਾ ਹਾਂ। ਅਤੇ ਨਾਲ ਮੇਰੇ ਛੋਟੇ ਵੀਰ ਜਗਮੋਹਨ ਸਿੰਘ ਜੀ ਲਾਡੀ ਪੁੱਜੇ ਨੇ। ਸੋ ਇਹਨਾਂ ਦਾ ਸਿੱਖ ਚੈਨਲ ਦੇ ਸਟੂਡੀਓ 'ਤੇ ਆਉਣ 'ਤੇ ਜੀ ਆਖਦਾ ਫਤਿਹ ਬੁਲਾਉਣਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ, ਇਸ ਤੋਂ ਪਹਿਲਾਂ ਕਿ ਮੈਂ ਸਿੰਘ ਸਾਹਿਬ ਜੀ ਤੁਹਾਨੂੰ ਜੀ ਆਪਾਂ ਕੋਈ ਇਹਨਾਂ ਦੇ ਵਿਚਾਰ ਸੁਣੀਏ ਜੀ, ਮੈਂ ਚਾਹਾਂਗਾ ਤੁਸੀਂ ਅੱਧੇ ਕੁ ਮਿੰਟ ਵਿੱਚ 550 ਸਾਲਾਂ 'ਤੇ ਪਹਿਲਾਂ ਤਾਂ ਮੈਂ ਸਰ ਨਾਲ ਪਹਿਲਾਂ ਤਾਂ ਭਾਈ ਸਾਹਿਬ ਉਹਨਾਂ ਨੂੰ, ਸਿੰਘ ਸਾਹਿਬ ਨੂੰ ਆਪਣੇ ਇੰਗਲੈਂਡ ਦੀ ਧਰਤੀ 'ਤੇ ਜੀ ਆਇਆਂ ਆਖਦੇ ਹਾਂ, ਸਿੱਖ ਚੈਨਲ 'ਤੇ ਜੀ ਆਇਆਂ ਆਖਦੇ ਹਾਂ, ਕਿਉਂਕਿ ਇਹਨਾਂ ਦੀ ਇਹ ਪਹਿਲੀ ਫੇਰੀ ਇੰਗਲੈਂਡ ਦੇ ਵਿੱਚ ਹੈਗੀ ਹੈ ਜੀ। ਹਾਂਜੀ, ਅਤੇ ਨਾਲ ਇਹ ਸਾਡੇ ਇੱਕ ਤਖਤ ਤੋਂ ਆਏ ਨੇ, ਬਿਲਕੁਲ, ਜਿਹਨਾਂ ਦੀ ਮਤਲਬ ਗੁਰੂ ਮਹਾਰਾਜ ਦੀ ਚਰਨ ਛੋਹ ਆ, ਉੱਥੇ ਇਹ ਸੇਵਾ ਨਿਭਾ ਰਹੇ ਨੇ, ਅਤੇ ਸਾਨੂੰ ਵੀ ਇਹ ਕੁਛ ਅਸੀਸ ਬਖਸ਼ਦੇ ਜਾਣਗੇ ਜੀ ਇੱਥੋਂ ਸੰਗਤਾਂ ਨੂੰ। ਬਿਲਕੁਲ, ਅਤੇ ਬਹੁਤ ਇਹਨਾਂ ਨੂੰ ਪਹਿਲਾਂ ਤਾਂ ਬਹੁਤ ਜੀ ਆਇਆਂ ਆਖਦੇ ਹਾਂ। ਜਿਸ ਤਰ੍ਹਾਂ ਆਪ ਨੇ ਕਿਹਾ ਕਿ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ, ਅਤੇ ਮਹਾਂਵਾਕ ਅਨੁਸਾਰ ਮਤਲਬ 550 ਸਾਲਾ ਜਿਹੜਾ ਅਸੀਂ ਗੁਰਪੁਰਬ ਕਹਿ ਲਓ ਜਾਂ ਕਹੀਏ ਆਪਾਂ ਕਿ ਅਵਤਾਰ ਪੁਰਬ ਕਹਿ ਲਓ, ਅਤੇ ਆਪਾਂ ਇਹ ਬੜੀ ਦੁਨੀਆ ਭਰ ਵਿੱਚ ਬਹੁਤ ਹੀ ਉਤਸ਼ਾਹ ਦੇ ਨਾਲ ਹਾਂਜੀ ਮਨਾਇਆ ਜਾ ਰਿਹਾ ਆ। ਪੂਰੇ ਸਾਲ ਤੋਂ ਪਿਛਲੇ ਸਾਲ ਜਦੋਂ 18 ਦੇ ਵਿੱਚ ਗੁਰਪੁਰਬ ਗੁਰੂ ਮਹਾਰਾਜ ਜੀ ਦਾ, ਗੁਰੂ ਨਾਨਕ ਦੇਵ ਜੀ ਦਾ ਸ਼ੁਰੂ ਆਇਆ ਸੀ, ਉਸ ਤੋਂ ਮਤਲਬ ਤਿਆਰੀਆਂ ਵੀ ਹੋ ਰਹੀਆਂ, ਅਤੇ ਵੱਖ-ਵੱਖ ਥਾਂ 'ਤੇ ਵੱਖ-ਵੱਖ ਮਤਲਬ ਗੁਰਦੁਆਰਿਆਂ ਵਿੱਚ ਦੁਨੀਆ ਭਰ ਵਿੱਚ ਮਨਾਏ ਜਾ ਰਹੇ ਆ, ਕਿਉਂਕਿ ਇੱਕ ਦੂਸਰੇ ਦੇ ਨਾਲ ਕੈਸ਼ ਹੋ ਕੇ ਨਾ ਹੋਣ, ਕਿਉਂਕਿ ਜਥੇ ਵੀ ਕੀਰਤਨੀ ਜਥੇ ਵੀ ਆਉਂਦੇ ਨੇ, ਮਹਾਂਪੁਰਸ਼ ਵੀ ਆਉਂਦੇ ਨੇ, ਅਤੇ ਨਾਲ ਸਿੰਘ ਸਾਹਿਬਾਨ ਵੀ ਆਉਂਦੇ ਨੇ। ਤਾਂ ਮਤਲਬ ਇਸ ਤਰ੍ਹਾਂ ਹੋਵੇ ਕਿ ਵੀ ਇੱਕ ਥਾਂ ਤੋਂ ਮਤਲਬ ਦੂਸਰੀ ਥਾਂ ਜਾਣ ਦੀ ਉਹਨਾਂ ਦੀ ਪਹੁੰਚਿਆ ਨਾ ਜਾਵੇ ਜੀ, ਮਤਲਬ ਹਾਂਜੀ। ਸੋ ਮਤਲਬ ਬਹੁਤ ਉਦਮ ਸੰਗਤਾਂ ਨੇ ਕੀਤਾ ਆ। ਅਤੇ ਜਿਸ ਤਰ੍ਹਾਂ ਸੁਲਤਾਨਪੁਰ ਲੋਧੀ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿੱਥੇ 14 ਸਾਲ 9 ਮਹੀਨੇ ਅਤੇ 13 ਦਿਨ ਗੁਜ਼ਾਰੇ ਨੇ ਜੀ, ਬਹੁਤ ਵੱਡਾ ਲੰਮਾ ਸਮਾਂ ਗੁਜ਼ਾਰਿਆ ਇੱਥੇ ਜੀ। ਇੱਥੇ ਇਹਨਾਂ ਦੀ ਸ਼ਾਦੀ ਹੋਈ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ, ਅਤੇ ਨਾਲ ਹੀ ਇੱਥੇ ਹੀ 2 ਸਪੁੱਤਰ ਲక్ష్ਮੀ ਚੰਦ ਅਤੇ ਸ਼੍ਰੀ ਚੰਦ ਜੀ ਮਤਲਬ ਉਹਨਾਂ ਨੇ ਵੀ ਇਹਨਾਂ ਦੇ ਘਰ ਜਨਮ ਲਿਆ, ਅਤੇ ਇੱਥੇ ਹੀ ਇਹਨਾਂ ਨੇ ਉਦਾਸੀਆਂ ਜਿਹੜੀਆਂ ਸਨ ਉਹ ਸ਼ੁਰੂ ਕੀਤੀਆਂ ਸੀ ਜੀ। ਪਹਿਲੀ ਉਦਾਸੀ ਇੱਥੋਂ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਕੀਤੀ ਸੀ। ਇੱਥੇ ਹੀ ਮੋਦੀ ਖਾਨੇ 13 ਤੋਲਿਆ ਜੀ, ਮਤਲਬ
ਤੇ ਸੁਲਤਾਨਪੁਰ ਵਿਖੇ ਜਿਹੜੀਆਂ 7 ਵੱਡੇ ਗੁਰਦੁਆਰੇ ਮੇਨ ਮੰਨੇ ਹੈਗੇ ਆ ਨਾ ਜੀ ਜਿਹੜੇ, ਤੇ ਉਹਨਾਂ ਦੇ ਵਿੱਚੋਂ ਮਤਲਬ ਆਪਾਂ ਇਹ ਕਹੀਏ ਕਿ ਵੀ ਹੁਣ ਜਿਹੜੀਆਂ ਉੱਥੇ 550 ਸਾਲਾ ਮਨਾਉਣ ਦੇ ਲਈ ਤਿਆਰੀਆਂ ਹੋ ਰਹੀਆਂ ਨੇ, ਬੜੀ ਧੂਮਧਾਮ ਨਾਲ ਤਿਆਰੀਆਂ ਹੋ ਰਹੀਆਂ ਨੇ ਹਰ ਇੱਕ ਪਹਿਲੂ ਤੇ। ਹਾਂਜੀ, ਤੇ ਸਾਰੇ ਹੀ ਸੁਲਤਾਨਪੁਰ ਲੋਧੀ ਨੂੰ ਵਾਈਟ ਪੇਂਟ ਦੇ ਨਾਲ ਮਤਲਬ ਵਾਈਟ ਗੱਲਾਂ ਤੇ ਬਾਅਦ ਚੋਂ ਨੇ ਫਿਰ। ਹਾਂਜੀ, ਤੇ ਸੋ ਮਤਲਬ ਆਪਾਂ ਵਿਚਾਰਾਂ ਦੀ ਸਾਂਝ ਪਾਵਾਂਗੇ ਤੇ ਭਾਈ ਸਾਹਿਬ ਉਹਨਾਂ ਤੋਂ ਵੀ ਬਚਨ ਵਿਲਾਸ ਆਪਾਂ ਸੁਣਨੇ ਨੇ ਤੇ ਇਹਨਾਂ ਨੂੰ ਵੀ ਜੀ ਆਖਦੇ ਹੋਏ ਇਹਨਾਂ ਨਾਲ ਆਪਾਂ ਸਾਂਝ ਪਾਉਂਦੇ ਗੱਲਾਂ। ਸਿੰਘ ਸਾਹਿਬ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਸਿੱਖ ਚੈਨਲ ਦੇ ਸਟੂਡੀਓ ਤੇ ਆਉਣ ਤੇ ਮੈਂ ਜੀ ਆਖਦਾ ਹਾਂ ਆਪਣੇ ਵੱਲੋਂ, ਅੱਜ ਪੂਰੇ ਪੈਨਲ ਵੱਲੋਂ ਤੇ ਸਰਦਾਰ ਦਵਿੰਦਰ ਸਿੰਘ ਜੀ ਬੱਲ ਵੱਲੋਂ, ਸਾਡੀ ਪੂਰੀ ਮੈਨੇਜਮੈਂਟ ਵੱਲੋਂ, ਜੋ ਵੀ ਇੱਥੇ ਕੰਮ ਕਰਦੇ ਨੇ ਸਾਰਿਆਂ ਵੱਲੋਂ। ਤੇ ਕਿਉਂਕਿ ਆਪ ਹਰ ਇੱਕ ਦੇ ਦਿਲ ਵਿੱਚ ਇੱਕ ਖੁਸ਼ੀ ਹੈ ਕਿ 550 ਸਾਲਾਂ ਤੇ, ਪਹਿਲਾਂ ਦੱਸੋ ਵੀ 550 ਸਾਲਾਂ ਤੇ ਬਾਬੇ ਨਾਨਕ ਦੇ ਜੋ ਉਹਨਾਂ ਦੀ ਜੋ ਜੀਵਨ ਵਿੱਚ ਉਹਨਾਂ ਨੇ ਲੋਕਾਂ ਨੂੰ ਸੇਧ ਦਿੱਤੀ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਦੇ ਵਿੱਚ ਵਸਦੀਆਂ ਹੋਈਆਂ ਸਰਬਤ ਸੰਗਤਾਂ ਨੂੰ ਸਿੱਖ ਚੈਨਲ ਦੇ ਜ਼ਰੀਏ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ 550 ਸਾਲਾ ਪਾਵਨ ਪ੍ਰਕਾਸ਼ ਦਿਹਾੜਾ ਸ਼ਤਾਬਦੀ ਰੂਪ ਦੇ ਵਿੱਚ ਸਮੁੱਚਾ ਸਿੱਖ ਜਗਤ ਬੜੀਆਂ ਸਦਰਾਂ ਦੇ ਨਾਲ, ਬੜੇ ਪਿਆਰ ਦੇ ਨਾਲ ਮਨਾਉਣ ਜਾ ਰਿਹਾ ਹੈ। ਹਾਂਜੀ, ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਵਧਾਈਆਂ। ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਗਮਨ ਰਾਏ ਭੋਏ ਦੀ ਤਲਵੰਡੀ ਦੇ ਵਿੱਚ, ਜਿਸ ਨੂੰ ਆਪਾਂ ਅੱਜ ਕੱਲ੍ਹ ਨਨਕਾਣਾ ਸਾਹਿਬ ਕਹਿੰਦੇ ਹਾਂ, ਉਸ ਸਥਾਨ 'ਤੇ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਹੋਇਆ ਹੈ। ਗਰੀਬ ਨਿਵਾਸ ਸਤਿਗੁਰੂ ਜੀ ਨੇ ਔਰ ਉਸ ਸਥਾਨ ਤੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਹਾਂਜੀ ਨਨਕਾਣਾ ਸਾਹਿਬ ਦੀ ਧਰਤੀ ਤੇ ਗੁਜ਼ਾਰਿਆ। ਸਤਿਗੁਰਾਂ ਨੇ ਬੇਅੰਤ ਸਿੱਖਿਆਵਾਂ ਸਾਨੂੰ ਬਖਸ਼ਿਸ਼ ਕੀਤੀਆਂ ਨੇ ਔਰ ਸਮਾਜ ਦੇ ਵਿੱਚੋਂ ਜੋ ਪੈਦਾ ਹੋਈਆਂ ਕੁਰੀਤੀਆਂ ਸਨ, ਉਹਨਾਂ ਕੁਰੀਤੀਆਂ ਦਾ ਸਤਿਗੁਰਾਂ ਨੇ ਆਪ ਔਰ ਬੁਲੰਦ ਆਵਾਜ਼ ਦੇ ਵਿੱਚ ਖੰਡਨ ਕੀਤਾ ਹੈ ਤੇ ਸਾਨੂੰ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ ਦਾ ਸੰਦੇਸ਼ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਕਿ ਭਾਈ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਲੜ ਲੱਗਣਾ ਹੈ, ਇੱਕ ਨਿਰੰਕਾਰ ਦਾ ਸਿਮਰਨ ਕਰਨਾ ਹੈ। ਹਾਂਜੀ, ਸਾਰੀ ਮਨੁੱਖਤਾ ਦੇ ਵਿੱਚ ਇੱਕ ਨੂੰ ਵੇਖਣਾ ਹੈ, ਇੱਕ ਦੇ ਨਾਲ ਪਿਆਰ ਕਰਨਾ ਹੈ। ਉਹ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਔਰ ਸਾਨੂੰ ਇੱਕ ਦੇ ਲੜ ਲਾਇਆ ਹੈ। ਔਰ ਗਰੀਬ ਨਿਵਾਸ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਾਂਧੇ ਨੂੰ ਵੀ ਇਹ ਸਮੱਤ ਦਿੱਤੀ। ਜਦੋਂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਂਧੇ ਦੇ ਕੋਲ ਪੜ੍ਹਨ ਦੇ ਲਈ ਗਏ ਨੇ, ਹਾਂਜੀ, ਉੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਊੜਾ ਐੜਾ ਪੜ੍ਹਾਇਆ ਤੇ ਸਤਿਗੁਰਾਂ ਨੇ ਪਹਿਲੇ ਦਿਨ ਬੜੇ ਪਿਆਰ ਦੇ ਨਾਲ ਊੜਾ ਐੜਾ ਪੜ੍ਹਿਆ ਤੇ ਦੂਸਰੇ ਦਿਨ ਜਦੋਂ ਸਤਿਗੁਰੂ ਜੀ ਪਾਂਧੇ ਦੇ ਕੋਲ ਗਏ ਨੇ ਤੇ ਪਾਂਧੇ ਨੇ ਸਤਿਗੁਰਾਂ ਨੂੰ ਊੜਾ ਐੜਾ ਪੜ੍ਹਾਉਣਾ ਸ਼ੁਰੂ ਕੀਤਾ ਤੇ ਗਰੀਬ ਨਿਵਾਸ ਸਾਹਿਬ ਜੀ ਖਾਮੋਸ਼ ਹੋਏ ਔਰ ਸਤਿਗੁਰੂ ਜੀ ਨੇ ਖਾਮੋਸ਼ੀ ਦਾ ਕਾਰਨ ਪੁੱਛਿਆ ਤੇ ਸਤਿਗੁਰੂ ਦੇ ਅੱਗੇ ਇੱਕ ਸਵਾਲ ਰੱਖਿਆ ਕਿ ਤੁਸੀਂ ਊੜਾ ਐੜਾ ਕੱਲ੍ਹ ਦੀ ਤਰ੍ਹਾਂ ਪੜ੍ਹਦੇ ਕਿਉਂ ਨਹੀਂ? ਹਾਂਜੀ, ਗਰੀਬ ਨਿਵਾਸ ਸਾਹਿਬ ਜੀ ਕਹਿਣ ਲੱਗੇ, ਪਾਂਧਾ ਜੀ ਇਹ ਦੱਸੋ, ਆ ਜੋ ਤੁਸੀਂ ਮੈਨੂੰ ਊੜਾ ਐੜਾ 35 ਅੱਖਰੀ ਪੜ੍ਹਾ ਰਹੇ ਹੋ, ਇਹਦੇ ਕੀ ਮਾਇਨੇ ਨੇ, ਕੀ ਅਰਥ ਨੇ? ਊੜੇ ਦਾ ਕੀ ਅਰਥ ਹੈ, ਈੜੀ ਦਾ ਕੀ ਅਰਥ ਹੈ, ਸੱਸੇ ਦਾ ਕੀ ਅਰਥ ਹੈ, ਸਾਨੂੰ ਕੀ ਇਹ ਸਿੱਖਿਆ ਦੇ ਰਹੇ ਨੇ? ਪਾਂਧਾ ਬੜਾ ਹੈਰਾਨ ਹੋਇਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਐਸੇ ਸਵਾਲ ਸੁਣ ਕਰਕੇ ਕਿ ਅੱਜ ਤੱਕ ਬੇਅੰਤ ਮੇਰੇ ਕੋਲੇ ਸਟੂਡੈਂਟ ਪੜ੍ਹ ਕਰਕੇ ਚਲੇ ਗਏ ਨੇ, ਬੜੇ ਵਿਦਿਆਰਥੀ ਪੜ੍ਹ ਕੇ ਚਲੇ ਗਏ ਨੇ, ਕਿਸੇ ਨੇ ਇਸ ਤਰ੍ਹਾਂ ਦਾ ਸਵਾਲ ਨਹੀਂ ਕੀਤਾ। ਅੱਜ ਪਹਿਲੀ ਵਾਰ ਹੈ ਜਿਸ ਨੇ ਇਹ ਸਵਾਲ ਕੀਤਾ ਹੈ। ਇਹ ਕੋਈ ਆਮ ਵਿਅਕਤੀ ਨਹੀਂ, ਆਮ ਸਟੂਡੈਂਟ ਨਹੀਂ, ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹੀ ਅਰਦਾਸ ਕਰਦਾ ਕਿ ਤੁਸੀਂ ਕਿਰਪਾ ਕਰੋ, ਇਹਦੇ ਵਿੱਚੋਂ ਕੀ ਅਰਥ ਨਿਕਲਦੇ ਨੇ? ਇਕੱਲੇ ਅੱਖਰ ਦਾ ਮੈਨੂੰ ਕੋਈ ਬੋਧ ਨਹੀਂ ਹੈ, ਇਕੱਲੇ ਅੱਖਰ ਦਾ ਕੀ ਅਰਥ ਹੈ। ਜਦੋਂ ਤੱਕ 2-4 ਅੱਖਰ ਜੁੜਦੇ ਨਹੀਂ, ਉਹ ਸ਼ਬਦ ਦਾ ਰੂਪ ਧਾਰਨ ਨਹੀਂ ਕਰਦੇ, ਉਦੋਂ ਤੱਕ ਉਹਦੇ ਚੋਂ ਅਰਥ ਨਹੀਂ ਨਿਕਲਦਾ। ਆਪ ਕਿਰਪਾ ਕਰੋ, ਇਹਦੇ ਚੋਂ ਇਕੱਲੇ ਅੱਖਰ ਦਾ ਕੀ ਅਰਥ ਰੱਖ। ਤੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਭਾਈ ਸਾਰਾ ਕੁਝ ਗਿਆਨ ਜਿੰਨਾ ਹੈ ਉਹ ਸਾਰਾ ਅੱਖਰਾਂ ਦੇ ਵਿੱਚ ਹੀ ਹੈ। ਆਪਾਂ ਜਪਜੀ ਸਾਹਿਬ ਵੀ ਸਾਹਿਬ ਜੀ ਦੇ ਇਹ ਪਾਵਨ ਬਚਨ ਪੜ੍ਹਦੇ ਹਾਂ, ਅਸੰਖ ਨਾਮ ਵਾਲੀ ਪੌੜੀ ਦੇ ਵਿੱਚ ਅੱਖਰੀ ਨਾਮ, ਅੱਖਰੀ ਸਲਾਹ, ਅੱਖਰੀ ਗਿਆਨ, ਸਾਰਾ ਕੁਝ ਅੱਖਰਾਂ ਦੇ ਅੰਦਰ ਹੈ।
ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਇਹ ਅੱਖਰ ਜੇ ਬੇਮੈਨੀ ਹੈ ਤੇ ਮੈਂ ਨਹੀਂ ਪੜ੍ਹਨੇ, ਮੈਂ ਅੱਖਰੋਂ ਪੜ੍ਹਨੇ ਨੇ ਜਿਹਨਾਂ ਦੇ ਕੋਈ ਅਰਥ ਹੋਵੇ, ਜਿਨ੍ਹਾਂ ਦਾ ਕੋਈ ਮੀਨਿੰਗ ਹੋਵੇ। ਔਰ ਉਸ ਸਮੇਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ। ਸਤਿਗੁਰਾਂ ਨੇ ਉੱਥੇ ਪੱਟੀ ਲਿਖੀ। ਹਾਂਜੀ। ਜੇ ਜਿਹੜੇ ਪੁਰਾਣੇ ਬਜ਼ੁਰਗ ਨੇ ਉਹ ਇਸ ਗੱਲ ਨੂੰ ਸਮਝਦੇ ਨੇ, ਫੱਟੀ ਪਹਿਲਾਂ ਲਿਖੀ ਜਾਂਦੀ ਸੀ, ਫੱਟੀ ਨੂੰ ਲਿਖਿਆ ਜਾਣਾ, ਪੋਚੇ ਜਾਣਾ, ਗਾਚੀ ਨਾਲ। ਪਰ ਅੱਜ ਕੱਲ ਉਹ ਫੱਟੀ ਵਾਲਾ ਜਿਹੜਾ ਸਿਸਟਮ ਹੈ ਹਰ ਸਕੂਲ ਦੇ ਵਿੱਚ ਉਹ ਖਤਮ ਹੋ ਚੁੱਕਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉੱਥੇ ਪੱਟੀ ਲਿਖੀ ਜੋ ਆਸਾ ਰਾਗ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਵੀ ਸੁਭਾਇਮਾਨ ਹੈ। ਸਤਿਗੁਰਾਂ ਨੇ ਇੱਥੋਂ ਸ਼ੁਰੂ ਕੀਤੀ, ਸੱਸੇ ਸੋਏ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ। ਹਾਂਜੀ, ਸੱਸੇ ਅੱਖਰ ਤੋਂ ਸ਼ੁਰੂ ਕੀਤਾ ਤੇ ਸਤਿਗੁਰੂ ਜੀ ਨੇ ਪਾਂਦੇ ਨੂੰ ਕਿਹਾ ਸੱਸਾ ਅੱਖਰ ਸਾਨੂੰ ਇਸ ਗੱਲ ਦਾ ਬੋਧ ਕਰਾਉਂਦਾ ਹੈ, ਗਿਆਨ ਕਰਾਉਂਦਾ ਹੈ ਕਿ ਸੱਸੇ ਸੋਏ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ। ਉਸ ਅਕਾਲ ਪੁਰਖ ਵਾਹਿਗੁਰੂ ਦੇ ਲੜ ਲੱਗਣਾ ਹੈ ਜਿਹੜਾ ਸਾਰੀ ਮਨੁੱਖਤਾ ਦੇ ਅੰਦਰ ਇੱਕ ਹੈ, ਜਿਹਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ। ਤੇ ਸਤਿਗੁਰੂ ਜੀ ਕਹਿੰਦੇ ਊੜਾ ਉਪਮਾ ਤਾਂ ਕੀ ਚੀਜ਼ਾਂ ਜਾਂ ਕਾ ਅੰਤ ਨਾ ਪਾਇਆ, ਉਹਦੀ ਉਪਮਾ ਕਰੋ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ ਜੀ। ਉਹ ਪਾਂਦਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਇਆ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਉਹਨਾਂ ਨੇ ਬੇਨਤੀ ਕੀਤੀ ਕਿ ਆਪ ਜੀ ਕਿਰਪਾ ਕਰੋ, ਮੈਨੂੰ ਅੰਦਰਲੀ ਫੱਟੀ ਲਿਖਣ ਦੀ ਵੀ ਸਮੱਤ ਦਿਓ। ਬਾਹਰਲੀ ਫੱਟੀ ਜਿਹੜੀ ਲਿਖੀ ਜਾਂਦੀ ਹੈ ਉਹਦੇ ਬਾਰੇ ਤਾਂ ਮੈਨੂੰ ਗਿਆਨ ਹੈ ਕਿਵੇਂ ਲਿਖੀ ਜਾਂਦੀ ਹੈ, ਪਰ ਅੰਦਰਲੀ ਜਿਹੜੀ ਫੱਟੀ ਹੈ, ਹਿਰਦੇ ਦੀ ਫੱਟੀ ਆ, ਉਹ ਕਿਵੇਂ ਲਿਖੀ ਜਾ ਸਕਦੀ ਹੈ, ਉਹਦੇ ਵਾਸਤੇ ਸਿਆਹੀ ਕਿਹੜੀ ਚਾਹੀਦੀ ਹੈ, ਕਲਮ ਕਿਹੜੀ ਚਾਹੀਦੀ ਹੈ। ਉਹ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਜੋ ਆਪਾਂ ਬਹੁਤ ਵਾਰੀ ਪੜ੍ਹਿਆ ਸੁਣਿਆ। ਸਤਿਗੁਰੂ ਨੇ ਕਿਰਪਾ ਕੀਤੀ, ਸ੍ਰੀ ਰਾਗ ਦੇ ਅੰਦਰ ਹੀ ਇਹ ਸ਼ਬਦ ਹੈ, ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਭਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ। ਸਤਿਗੁਰੂ ਜੀ ਕਹਿਣ ਲੱਗੇ ਮੋਹ ਨੂੰ ਜਲਾ ਕੇ ਉਹਨੂੰ ਸਿਆਹੀ ਬਣਾ, ਉਹਨੂੰ ਰਗੜ ਕੇ ਪੀਸ ਕੇ ਉਹਦੀ ਸਿਆਹੀ ਬਣਾ ਲਾ। ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਮਤ ਨੂੰ ਕਾਗਜ਼ ਬਣਾ, ਭਉ ਕਲਮ ਕਰ ਆਪਣੇ ਪਿਆਰ ਨੂੰ ਕਲਮ ਬਣਾ, ਚਿੱਤ ਲਿਖਾਰੀ ਚਿੱਤ ਨੂੰ ਲਿਖਾਰੀ ਬਣਾ, ਭਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ। ਗੁਰੂ ਨੂੰ ਪੁੱਛ ਕਰਕੇ ਇਹਦੇ ਤੇ ਜਿਹੜੀ ਉਹ ਵਿਚਾਰ ਲਿਖਣੀ ਕਰ, ਗੁਰੂ ਉਸਤਾਦ ਤੋਂ ਪੁੱਛ। ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਔਰ ਤਲਵੰਡੀ ਦੇ ਅੰਦਰ ਰਹਿ ਕਰਕੇ ਸਾਨੂੰ ਇਹ ਸਮੱਤ ਬਖਸ਼ਿਸ਼ ਕੀਤੀ, ਇਹ ਗਿਆਨ ਦਿੱਤਾ ਕਿ ਭਾਈ ਇੱਕ ਦੇ ਨਾਲ ਜੁੜਨਾ ਹੈ। ਔਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਦੋਂ ਜਨੇਊ ਪਾਉਣ ਲੱਗੇ ਨੇ ਉਸ ਸਮੇਂ ਵੀ ਸਤਿਗੁਰਾਂ ਨੇ ਕਿਰਪਾ ਕੀਤੀ ਕਿ ਜਿਹੜਾ ਅਸਲ ਜਨੇਊ ਹੈ ਤੁਸੀਂ ਮੈਨੂੰ ਪੰਡਤ ਹਰਦਿਆਲ ਜੀ ਉਹ ਪਹਿਨਾਓ। ਔਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹ ਤੇ ਉਹ ਆਪਾਂ ਆਸਾ ਦੀ ਵਾਰ ਦੇ ਅੰਦਰ ਪੜ੍ਹਦੇ ਹਾਂ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਬੱਟ, ਇਹ ਜਨੇਊ ਹੈ ਜੀ ਕਾ ਹੈ ਤਾਂ ਪਾਂਡੇ ਘੱਤ। ਧੰਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਜੀ ਇਸ ਤਰ੍ਹਾਂ ਦਾ ਤੁਹਾਡੇ ਕੋਲੇ ਜਨੇਊ ਹੈ ਆ ਦਇਆ ਦੀ ਕਪਾਹ ਵਾਲਾ, ਔਰ ਉਹ ਮੇਰੇ ਗਲ ਵਿੱਚ ਲਿਆਓ ਪਾਓ। ਤੇ ਉਸ ਤਰ੍ਹਾਂ ਗਰੀਬ ਨਵਾਜ਼ ਸਤਿਗੁਰੂ ਜੀ ਨੇ ਸਾਨੂੰ ਅਧਿਆਤਮਿਕ ਗੁਣ ਆਪਣੇ ਜੀਵਨ ਦੇ ਅੰਦਰ ਸੰਗ੍ਰਹਿ ਕਰਨ ਦੀ, ਇਕੱਤਰ ਕਰਨ ਦੀ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਕਿ ਆਪਣੇ ਜੀਵਨ ਦੇ ਅੰਦਰ ਗੁਣ ਸੰਗ੍ਰਹਿ ਕਰਨੇ ਨੇ, ਔਗੁਣਾਂ ਦਾ ਤਿਆਗ ਕਰਨਾ ਹੈ ਔਰ ਸਾਂਝ ਕਰੀਜੈ ਗੁਣਾ ਕੇਰੀ। ਤੇ ਸਤਿਗੁਰਾਂ ਨੇ ਇਹ ਕਿਰਪਾ ਕੀਤੀ ਹੈ। ਔਰ ਉਹ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਔਰ ਤਲਵੰਡੀ ਤੋਂ ਆਪਣੀ ਭੈਣ ਦੇ ਕੋਲ, ਬੇਬੇ ਨਾਨਕੀ ਦੇ ਕੋਲ, ਸੁਲਤਾਨਪੁਰ ਲੋਧੀ ਭਾਈਆ ਜੈ ਰਾਮ ਜੀ ਦੇ ਕੋਲ ਆਏ ਨੇ। ਇੱਥੇ ਰਹਿ ਕਰਕੇ ਮੋਦੀ ਖਾਨੇ ਦੇ ਵਿੱਚ ਵੀ ਆਪ ਜੀ ਨੇ ਔਰ ਸੁਣਿਆ ਉੱਥੇ 13 ਸਤਿਗੁਰੂ ਜੀ ਨੇ ਤੋਲੀਆਂ ਹੈ। ਔਰ ਉਹ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਥੇ ਵੀ ਇਹੀ ਕਿਰਪਾ ਕੀਤੀ ਹੈ ਕਿ ਭਾਈ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਕਰਨੀ ਹੈ। ਜਦੋਂ ਮਨਸੁਖ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਆਇਆ ਤੇ ਸਤਿਗੁਰਾਂ ਨੇ ਉਹਨੂੰ 3 ਗੱਲਾਂ ਸਮਝਾਈਆਂ ਨੇ। ਮਨਸੁਖ ਨੂੰ ਸਤਿਗੁਰਾਂ ਨੇ ਕਿਹਾ ਭਾਈ ਅੱਜ ਤੋਂ ਬਾਅਦ ਆਪਣੇ ਜੀਵਨ ਦੇ ਅੰਦਰੋਂ ਹਉਮੈ ਦਾ ਤਿਆਗ ਕਰਨਾ ਹੈ। ਜੀ ਬਿਲਕੁਲ। ਨਾਮ ਦੇ ਵਿੱਚ ਸੁਰਤ ਜੋੜਨੀ ਹੈ, ਵਾਹਿਗੁਰੂ ਜੀ ਦਾ ਨਾਮ ਜਪਣਾ। ਤੇ ਤੀਸਰੀ ਗੱਲ ਸਤਿਗੁਰਾਂ ਨੇ ਕਹੀ ਵਾਹਿਗੁਰੂ ਦੀ ਰਜ਼ਾ ਵਿੱਚ ਰਹਿਣਾ, ਉਹਦੇ ਭਾਣੇ ਵਿੱਚ ਰਹਿਣਾ। ਜੋ ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਵੀ ਇਹ ਵਚਨ ਸੰਭਾਲ ਕੇ ਰੱਖੇ ਨੇ, ਹਉਮੈ ਤਜਨ ਨਾਮ ਲਿਵ ਲਾਵਣ, ਭਾਣਾ ਮੰਨਣ ਪੰਥ ਇਹ ਪਾਵਨ। ਤੇ ਗਰੀਬ ਨਿਵਾਸ ਸਾਹਿਬ ਜੀ ਕਹਿਣ ਲੱਗੇ ਵਾਹਿਗੁਰੂ ਦੇ ਭਾਣੇ ਵਿੱਚ, ਉਹਦੀ ਰਜ਼ਾ ਵਿੱਚ ਰਹਿਣਾ।
ਔਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਹੀ ਭਾਈ ਭਗੀਰਥ ਇੱਥੇ ਆਇਆ ਤੇ ਭਾਈ ਭਗੀਰਥ ਜੋ ਕਾਲੀ ਦੇਵੀ ਦਾ ਉਪਾਸ਼ਕ ਸੀ ਤੇ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਇਆ ਤੇ ਸਤਿਗੁਰਾਂ ਨੇ ਕਿਹਾ ਭਾਈ ਆ ਸੰਗਤ ਦੀ ਸੇਵਾ ਕਰਨੀ, ਮਨੁੱਖਤਾ ਦੀ ਸੇਵਾ ਕਰਨੀ, ਲੋੜਵੰਦਾਂ ਦੀ ਸੇਵਾ ਕਰਨੀ, ਇਹਨਾਂ ਵਿੱਚੋਂ ਵੀ ਤੁਹਾਨੂੰ ਆ ਦੇਵੀ ਦੇਵਤਿਆਂ ਦੇ ਦੀਦਾਰ ਹੋਣਗੇ। ਬਿਲਕੁਲ ਸਤਿਗੁਰਾਂ ਨੇ ਇਸ ਤਰ੍ਹਾਂ ਔਰ ਮਨੁੱਖਤਾ ਦੀ ਸੇਵਾ ਕਰਨ ਦੀ ਪ੍ਰੇਰਨਾ ਕੀਤੀ, ਲੋੜਵੰਦਾਂ ਦੀ ਸੇਵਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਲਤਾਨਪੁਰ ਦੀ ਧਰਤੀ ਤੇ ਰਹਿ ਕਰਕੇ ਲੋੜਵੰਦਾਂ ਦੀ ਮਦਦ ਕਰਦੇ ਨੇ, ਉਹਨਾਂ ਦੀ ਸੇਵਾ ਕਰਦੇ ਨੇ। ਔਰ ਉਹ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਜੇ ਕਿਤੇ ਕੋਈ ਗਰੀਬ ਪਰਿਵਾਰ ਆਇਆ ਕਿ ਸਾਡੀ ਬੱਚੀ ਦੇ ਵਿਆਹ ਕਾਰਜ ਕਰਨੇ ਨੇ, ਸਾਡੇ ਕੋਲੇ ਇੰਨੀ ਸਮਰੱਥਾ ਨਹੀਂ ਕਿ ਅਸੀਂ ਆਪਣੀ ਬੱਚੀ ਦੇ ਵਿਆਹ ਕਾਰਜ ਕਰ ਸਕੀਏ, ਔਰ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਥੇ ਸੁਲਤਾਨਪੁਰ ਦੀ ਧਰਤੀ ਤੇ ਰਹਿ ਕਰਕੇ ਗਰੀਬ ਬੱਚੀਆਂ ਦੇ ਔਰ ਉਹਨਾਂ ਦੇ ਵਿਆਹ ਵੀ ਕਰਾਏ। ਉਹਨਾਂ ਦਾ ਜੋ ਵੀ ਸਮਾਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪ ਮੁੱਲ ਖਰੀਦ ਕਰਕੇ ਉਹਨਾਂ ਨੂੰ ਦਿੱਤਾ ਹੈ ਔਰ ਸੇਵਾ ਕੀਤੀ ਹੈ, ਜੋ ਸਾਡੇ ਲਈ ਇੱਕ ਬਹੁਤ ਵੱਡੀ ਪ੍ਰੇਰਨਾ ਸਰੋਤ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਭਾਈ ਜੋ ਤੂੰ ਹੋਰ ਫਜ਼ੂਲ ਦੀ ਖਰਚੀ ਕਰਦਾ ਹੈ, ਇੱਧਰ ਉੱਧਰ ਬਹੁਤ ਅੱਜ ਅਸੀਂ ਦੇਖਾ ਦੇਖੀ ਦੇ ਵਿੱਚ ਪਏ ਹੋਏ ਹਾਂ, ਫਜ਼ੂਲ ਦੀਆਂ ਖਰਚੀਆਂ ਕਰਦੇ ਹਾਂ। ਔਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਭਾਈ ਆ ਫਜ਼ੂਲ ਦੀਆਂ ਖਰਚੀਆਂ ਨਹੀਂ ਕਰਨੀਆਂ, ਇਹਨੂੰ ਸੰਭਾਲ, ਜਿਹੜੀ ਤੂੰ ਫਜ਼ੂਲ ਦੀ ਖਰਚੀ ਕਰਨੀ ਆ ਇਹ ਲੋੜਵੰਦਾਂ ਦੀ ਹੈਲਪ ਕਰ। ਔਰ ਕਿਸੇ ਗਰੀਬ ਦੀ ਬੱਚੀ ਦੇ ਵਿਆਹ ਕਾਰਜ ਨਹੀਂ ਹੁੰਦੇ ਤੇ ਉਸ ਦੀ ਵਿਆਹ ਕਾਰਜ ਕਰਾ, ਉਹਨੂੰ ਸਮਾਨ ਲੈ ਕਰਕੇ ਦੇ। ਜੇ ਕੋਈ ਗਰੀਬ ਬਿਮਾਰ ਹੈ ਉਹਦੀ ਬਿਮਾਰੀ ਦਾ ਇਲਾਜ ਕਰਾ, ਔਰ ਜੇ ਕੋਈ ਗਰੀਬ ਪੜ੍ਹ ਨਹੀਂ ਸਕਦਾ ਉਹਦੀ ਪੜ੍ਹਾਈ ਦਾ ਖਰਚਾ ਕਰ। ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਹੀ ਸਾਨੂੰ ਪੂਰਨੇ ਪਾਏ ਨੇ ਔਰ ਸਾਨੂੰ ਸੇਧ ਦਿੱਤੀ ਹੈ ਕਿ ਭਾਈ ਔਰ ਮਨੁੱਖਤਾ ਦੇ ਅਸਲ ਦੇ ਵਿੱਚ ਸਹੀ ਜਿਹੜਾ ਧਰਮ ਹੈ, ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਇਨਸਾਨ ਦੇ ਵਿੱਚੋਂ ਇਨਸਾਨੀਅਤ ਦੀ ਪਹਿਚਾਣ ਕਰਨਾ ਹੀ ਸਹੀ ਧਰਮ ਹੈ। ਇਨਸਾਨੀਅਤ ਦੀ ਪਹਿਚਾਣ ਕਰਨੀ ਹੈ। ਇਹ ਸੰਸਾਰ ਦੇ ਅੰਦਰ ਇਨਸਾਨੀਅਤ ਦੀ ਪਹਿਚਾਣ ਕਰਨ ਵਾਲੇ ਬਹੁਤ ਘੱਟ ਸਨ। ਉਸ ਸਮੇਂ ਹਰ ਪਾਸੇ ਪਾਪਾਂ ਦਾ ਹੀ ਬੋਲ ਬਾਲਾ ਸੀ, ਹਰ ਪਾਸੇ ਪਾਪਾਂ ਦਾ ਪਸਾਰਾ ਪਸਰਿਆ ਹੋਇਆ ਸੀ। ਸਤਿਗੁਰੂ ਜੀ ਨੇ ਵੀ ਬਚਨ ਕੀਤੇ ਨੇ, ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਾਹੀ ਕਹਿ ਚੜਿਆ। ਕਿਸੇ ਪਾਸੇ ਵੀ ਸੱਚ ਦਾ ਚੰਦਰਮਾ ਦਿਖਾਈ ਨਹੀਂ ਸੀ ਦੇ ਰਿਹਾ, ਪਰ ਵਕਤੀ ਤੌਰ ਤੇ ਜਿਹੜਾ ਝੂਠ ਹੈ ਉਹ ਜਿੱਤ ਜ਼ਰੂਰ ਪ੍ਰਾਪਤ ਕਰ ਲੈਂਦਾ ਹੈ, ਪਰ ਅਖੀਰ ਦੇ ਵਿੱਚ ਉਹ ਝੂਠ ਸਾਹਮਣੇ ਲੋਕਾਂ ਦੇ ਨਸਰ ਹੋ ਜਾਂਦਾ ਹੈ ਤੇ ਸੱਚ ਸਾਹਮਣੇ ਪ੍ਰਗਟ ਹੋ ਜਾਂਦਾ ਹੈ। ਕੂੜ ਨਖੁੱਟੈ ਨਾਨਕਾ ਓੜਕ ਸੱਚ ਰਹੀ। ਇਹ ਸਿਧਾਂਤ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਰੀ ਮਨੁੱਖਤਾ ਨੂੰ ਬਖਸ਼ਿਸ਼ ਕੀਤਾ ਹੈ। ਇੱਥੇ ਕਿਉਂਕਿ ਤੁਸੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਹੈੱਡ ਗ੍ਰਾਂਥੀ ਵਜੋਂ ਸੇਵਾ ਨਿਭਾ ਰਹੇ ਹੋ, ਜੇ ਅੱਜ ਆਪਾਂ ਗੱਲ ਕਰੀਏ ਅਮਰੀਕਾ ਦੇ ਵਿੱਚ ਵੀ ਉਹਨਾਂ ਨੇ ਇੱਕ ਲਾਇਬ੍ਰੇਰੀ ਬਣਾਈ ਜਿਹਦੇ ਵਿੱਚ ਸਭ ਤੋਂ ਉੱਪਰਲੀ ਮੰਜ਼ਿਲ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ। ਲੇਕਿਨ ਆਪਾਂ ਜਦੋਂ ਕਿਤੇ ਨਾ ਕਿਤੇ ਆਪਾਂ ਨੂੰ ਹਰ ਕੋਈ ਉਲਾਮਾ ਦੇ ਦਿੰਦਾ, ਤੁਸੀਂ ਸ਼੍ਰੋਮਣੀ ਕਮੇਟੀ ਨਾਲ ਵੀ ਜੁੜੇ ਹੋਏ ਕਿਉਂਕਿ ਉਹਨਾਂ ਲਈ ਤੁਸੀਂ ਸੇਵਾ ਕਰ ਰਹੇ ਹੋ, ਆਪਾਂ ਨੂੰ ਉਲਾਮਾ ਦਿੰਦਾ ਕਿ ਬਾਬੇ ਨਾਨਕ ਦਾ ਜੋ ਉਹਨਾਂ ਦਾ ਮਿਸ਼ਨ ਸੀਗਾ, ਜੋ ਉਹਨਾਂ ਦਾ ਸਿਧਾਂਤ ਸੀਗਾ, ਜੋ ਉਹਨਾਂ ਦਾ ਫਲਸਫਾ ਸੀ, ਉਹਨਾਂ ਨੂੰ ਆਪਾਂ ਆਮ ਸਾਰੀ ਮਨੁੱਖਤਾ ਤੱਕ ਨਹੀਂ ਪਹਿਚਾ ਸਕੇ। ਕਿ ਤੁਹਾਨੂੰ ਇਸ ਤਰ੍ਹਾਂ ਲੱਗਦਾ ਕਿ ਆਪਾਂ ਕਿਤੇ ਨਾ ਕਿਤੇ ਇਹਦੇ ਵਿੱਚ ਥੱਲੇ ਨੂੰ ਆਏ ਹਾਂ, ਜਾਂ ਆਪਾਂ ਵੀ ਸਿੱਖੀ ਦਾ ਪ੍ਰਸਾਰ ਬਹੁਤ ਜ਼ੋਰਾਂ ਸ਼ੋਰਾਂ ਨਾਲ ਕੀਤਾ? ਦੇਖੋ, ਹੁਣ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪਹਿਲਾਂ ਨਾਲੋਂ ਜ਼ਿਆਦਾ ਪ੍ਰਚਾਰ ਹੁਣ ਹੋ ਰਿਹਾ ਹੈ। ਹਾਂਜੀ, ਪੁਰਾਤਨ ਸਮੇਂ ਦੇ ਅੰਦਰ ਸਾਡੇ ਕੋਲੇ ਇੰਨੇ ਸਾਧਨ ਮੌਜੂਦ ਨਹੀਂ ਸਨ ਜੀ ਕਿ ਅਸੀਂ ਜਿਹੜੇ ਸਿੱਖੀ ਦਾ ਪ੍ਰਚਾਰਕ ਥਾਂ ਤੇ ਬੈਠ ਕਰਕੇ ਦੂਰ ਤੱਕ ਪਹੁੰਚਾ ਸਕੀਏ। ਅੱਜ ਸਾਡੇ ਕੋਲੇ ਬਹੁਤ ਸਾਰੇ ਇਹ ਸਾਧਨ ਮੌਜੂਦ ਨੇ। ਹਾਂਜੀ, ਉਸ ਸਮੇਂ ਨਾ ਸਾਡੇ ਕੋਲੇ ਗੁਰਬਾਣੀ ਦੀਆਂ ਪੋਥੀਆਂ ਸਨ, ਨਾ ਗੁਟਕੇ ਸੀ। ਹਾਂਜੀ, ਅੱਜ ਤਾਂ ਹਰ ਇੱਕ ਗੁਰਸਿੱਖ ਦੇ ਘਰ ਇੱਕ ਇੱਕ ਦੋ ਦੋ ਗੁਟਕੇ ਨਿਤਨੇਮ ਦੇ ਵੀ ਪਏ ਹੋਏ ਨੇ, ਗੁਰਬਾਣੀ ਦੀਆਂ ਪੋਥੀਆਂ ਵੀ ਪਈਆਂ ਹੋਈਆਂ ਨੇ, ਔਰ ਬਹੁਤ ਸਾਰਾ ਜਿਹੜਾ ਇਸ ਤਰ੍ਹਾਂ ਗੁਰਬਾਣੀ ਦਾ ਪ੍ਰਚਾਰ ਹੋ ਰਿਹਾ। ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮੀਡੀਆ ਦੇ ਜ਼ਰੀਏ ਵੀ ਆਪਾਂ ਗੁਰਬਾਣੀ ਦਾ ਜਿਹੜਾ ਪ੍ਰਚਾਰ ਉਹ ਦੂਰ ਤੱਕ ਕਰ ਰਹੇ ਹਾਂ। ਪਰ ਪੁਰਾਤਨ ਸਮੇਂ ਦੇ ਅੰਦਰ ਜਿਹੜੇ ਉਹ ਗੁਰਸਿੱਖ ਸਨ, ਉਹਨਾਂ ਨੂੰ ਗੁਰਬਾਣੀ ਨੂੰ ਆਪਣੇ ਜੀਵਨ ਦੇ ਅੰਦਰ ਅਮਲੀ ਰੂਪ ਦੇ ਵਿੱਚ ਲੈ ਕਰਕੇ ਆਉਂਦੇ ਸਨ। ਹਾਂਜੀ, ਹੁਣ ਸੱਜਣ ਠੱਗ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਇੱਕੋ ਸ਼ਬਦ ਸੁਣਿਆ। ਹਾਂਜੀ, ਆਪਾਂ ਪੜ੍ਹਦੇ ਹਾਂ, ਉਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ ਧੋਤੇ ਝੂਠ ਨਾ ਉਤਰੇ ਜੇ ਸੋ ਧੋਵੇ ਤਿਸ। ਇਹ ਸ਼ਬਦ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲੋਂ ਸੁਣਿਆ
ਤੇ ਉਹਦਾ ਜੀਵਨ ਬਦਲ ਗਿਆ। ਬਿਲਕੁਲ, ਉਹਦਾ ਜੀਵਨ ਬਦਲ ਗਿਆ ਕਿਉਂਕਿ ਉਹਨੂੰ ਇਹ ਜਾਪਿਆ ਕਿ ਇਹ ਅੰਤਰਜਾਮੀ ਜੋ ਮੇਰੇ ਅੰਦਰ ਦੀ ਗੱਲ ਹੈ, ਇਹਨਾਂ ਨੇ ਮੇਰੇ ਸਾਹਮਣੇ ਉਹ ਤਸਵੀਰ ਰੱਖ ਦਿੱਤੀ ਹੈ, ਹਾਂਜੀ, ਮੈਨੂੰ ਮੇਰਾ ਸ਼ੀਸ਼ਾ ਦਿਖਾ ਦਿੱਤਾ ਹੈ। ਉਹਦਾ ਜੀਵਨ ਬਦਲ ਗਿਆ। ਉਹ ਅਸੀਂ ਸ਼ਬਦ ਜਿਹੜਾ ਸੱਜਣ ਠੱਗ ਨੇ ਸੁਣਿਆ ਸੀ, ਇੱਕ ਵਾਰੀ ਸੁਣਿਆ ਸੀ, ਉਹਦਾ ਜੀਵਨ ਬਦਲਿਆ। ਪਰ ਅੱਜ ਅਸੀਂ ਹਜ਼ਾਰਾਂ ਵਾਰੀ ਉਹ ਸ਼ਬਦ ਸੁਣਿਆ, ਹਾਂਜੀ, ਕਿਸੇ ਦਾ ਜੀਵਨ ਨਹੀਂ ਬਦਲਦਾ, ਸਾਡਾ ਜੀਵਨ ਨਹੀਂ ਬਦਲਦਾ। ਉਹਨੂੰ ਪ੍ਰੈਕਟੀਕਲੀ ਆਪਾਂ ਅਪਣਾਉਂਦੇ ਨਹੀਂ ਹੈ। ਗੱਲ ਅਪਣਾਉਣ ਦੀ ਹੈ, ਗੱਲ ਅਮਲੀ ਜੀਵਨ ਦੀ ਹੈ। ਜੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ? ਹਾਂਜੀ, ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਨਹੀਂ ਕਿਹਾ ਕਿ ਤੁਸੀਂ ਹਿੰਦੂ ਵੱਡਾ ਜਾਂ ਮੁਸਲਮਾਨ ਵੱਡਾ, ਇਹ ਵੱਡਾ ਹੈ। ਤੇ ਸਤਿਗੁਰਾਂ ਨੇ ਕਿਹਾ ਕਿ ਭਾਈ ਸੁਭ ਅਮਲਾਂ ਬਾਝੋਂ ਦੋਨੋਂ ਰੋਈ। ਹਾਂਜੀ, ਗੱਲ ਤਾਂ ਅਮਲ ਦੀ ਹੈ, ਗੱਲ ਅਮਲਾਂ ਦੀ ਹੈ। ਅਮਲ ਜੇ ਕੀਤੇ ਦੁਨੀਆ ਵਿੱਚ ਤਾਂ ਦਰਗਹਿ ਆਏ ਕੰਮ। ਬਿਲਕੁਲ ਬਿਲਕੁਲ ਬਿਲਕੁਲ। ਅੱਜ ਸਾਡੇ ਕੋਲੇ ਅਮਲੀ ਜੀਵਨ ਘੱਟ ਹੈ। ਹਾਂਜੀ, ਤੇ ਅਸੀਂ ਜਿਹੜਾ ਬਾਹਰੀ ਵਿਖਾਵੇ ਵਾਲਾ ਜੀਵਨ ਸਾਡੇ ਕੋਲੇ ਬਹੁਤ ਜ਼ਿਆਦਾ ਹੈ। ਤੇ ਇਸ ਕਰਕੇ ਜਿਹੜੇ ਅਸੀਂ ਔਰ ਆਪਣੇ ਦਿਲ ਆ ਜਿਹੜੇ ਉਹ ਛੌੜੇ ਕਰ ਲਏ ਨੇ। ਹਾਂਜੀ, ਵਿਸ਼ਾਲ ਹਿਰਦੇ ਚਾਹੀਦੇ ਸਨ। ਬਿਲਕੁਲ। ਤੇ ਅੱਜ ਸਾਡੇ ਕੋਲੇ ਜਿਹੜੀ ਸਿੱਖੀ ਹੈ, ਅਸੀਂ ਉਹਨੂੰ ਛੌੜਾ ਕਰਦੇ ਜਾ ਰਹੇ ਹਾਂ ਹਰ ਇੱਕ ਗੱਲ ਦੇ ਉੱਪਰ, ਕਿੰਤੂ ਪਰੰਤੂ ਇੱਥੇ ਅਸੀਂ ਐ ਨਹੀਂ ਕਰਨਾ ਜੀ, ਇੱਥੇ ਐ ਨਹੀਂ ਕਰਨਾ, ਔਰ ਇਸ ਥਾਂ ਤੇ ਅਸੀਂ ਨਹੀਂ ਜਾ ਸਕਦੇ, ਉੱਥੇ ਨਹੀਂ ਜਾ ਸਕਦੇ। ਜੇ ਅਸੀਂ ਇਸ ਤਰ੍ਹਾਂ ਦੀਆਂ ਜਦੋਂ ਕਿੰਤੂ ਪਰੰਤੂ ਕਰਦੇ ਹਾਂ, ਕ੍ਰਿਟੀਸਾਈਜ਼ ਕਰਦੇ ਹਾਂ ਹਰ ਗੱਲ ਦੇ ਉੱਪਰ, ਤਾਂ ਅਸੀਂ ਉਹਨੂੰ ਸੌੜੀ ਸੋਚ ਲੈ ਕਰਕੇ ਆਪਣੇ ਆਪ ਨੂੰ ਦਾਇਰੇ ਨੂੰ ਘਟਾ ਰਹੇ ਹਾਂ, ਸਿੱਖੀ ਦਾ ਨੁਕਸਾਨ ਹੋ ਰਿਹਾ। ਤੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਪਾਂ ਸੁਲਤਾਨਪੁਰ ਦੀ ਧਰਤੀ ਤੇ ਜਦੋਂ ਦੇਖਦੇ ਹਾਂ, ਬੇਈ ਨਦੀ ਦੇ ਵਿੱਚੋਂ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਬਾਹਰ ਆਏ ਨੇ। ਉਹ ਬਾਹਰ ਆ ਕੇ ਤੇ ਸਾਹਿਬ ਗੁਰੂ ਨਾਨਕ ਦੇ ਮਹਾਰਾਜ ਸਿੱਧੇ ਆਪਣੇ ਘਰ ਨਹੀਂ ਗਏ, ਨਾ ਮੋਦੀ ਖਾਨੇ ਵਿੱਚ ਗਏ ਨੇ। ਉਹ ਸਿੱਧੇ ਕਿੱਥੇ ਗਏ ਨੇ? ਸ਼ਮਸ਼ਾਨ ਘਾਟ ਦੇ ਵਿੱਚ, ਉੱਥੇ ਜਾ ਕਰਕੇ ਬੈਠੇ ਨੇ। ਸ਼ਮਸ਼ਾਨ ਘਾਟ ਦੇ ਵਿੱਚੋਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸਿੱਖੀ ਦਾ ਪ੍ਰਚਾਰ ਸ਼ੁਰੂ ਕੀਤਾ ਹੈ। ਜਦੋਂ ਇਹ ਦੇਖਦੇ ਆ ਇਤਿਹਾਸ ਨੂੰ, ਉੱਥੋਂ ਪ੍ਰਚਾਰ ਸ਼ੁਰੂ ਕੀਤਾ ਹੈ। ਤੇ ਉਹ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸਮੁੱਚੀ ਕਾਇਨਾਤ ਨੂੰ ਇਹ ਸਿੱਖਿਆ ਦਿੱਤੀ ਹੈ। ਅੱਜ ਜੇ ਅਸੀਂ ਔਰ ਕਿਸੇ ਇਸ ਜਿਹੀ ਜਗ੍ਹਾ ਤੇ ਮਹਾਰਾਜ ਦਾ ਸਰੂਪ ਲੈ ਕੇ ਜਾਂਦੇ ਹਾਂ, ਸਤਿਕਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਾਨੂੰ ਕਰਨਾ ਚਾਹੀਦਾ। ਵੱਧ ਤੋਂ ਵੱਧ ਧੰਨ ਗੁਰੂ ਨਾਨਕ ਗ੍ਰੰਥ ਸਾਹਿਬ ਜੀ ਦਾ, ਗੁਰਬਾਣੀ ਦਾ ਸਤਿਕਾਰ ਕਰਨਾ ਚਾਹੀਦਾ ਜਿੰਨਾ ਵੀ ਹੋ ਸਕੇ। ਪਰ ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਵੀ ਗੁਰਬਾਣੀ ਦੇ, ਗੁਰੂ ਗ੍ਰੰਥ ਸਾਹਿਬ ਜੀ ਦੇ ਉੱਚੇ ਸੁੱਚੇ ਸਿਧਾਂਤਾਂ ਨੂੰ ਕਿਤੇ ਕੋਈ ਠੇਸ ਤਾਂ ਨਹੀਂ ਪਹੁੰਚਦੀ। ਸਾਨੂੰ ਇਹ ਵੀ ਖਿਆਲ ਰੱਖਣਾ ਚਾਹੀਦਾ ਕਿ ਉਹ ਜਗ੍ਹਾ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਨਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹਰਿਮੰਦਰ ਸਾਹਿਬ ਬਾਅਦ ਵਿੱਚ ਪਹਿਲਾਂ ਉਸਾਰੀ ਕੀਤੀ ਤੇ ਗ੍ਰੰਥ ਬਾਅਦ ਵਿੱਚ ਲਿਖਿਆ ਗਿਆ, ਉੱਥੇ ਪ੍ਰਕਾਸ਼ ਗ੍ਰੰਥ ਦਾ ਬਾਅਦ ਵਿੱਚ ਹੋਇਆ, ਹਰਿਮੰਦਰ ਸਾਹਿਬ ਪਹਿਲਾਂ। ਔਰ ਇਸ ਗੱਲ ਦਾ ਵੀ ਸਾਨੂੰ ਇਹ ਸਤਿਗੁਰੂ ਨੇ ਸਿੱਖਿਆ ਦਿੱਤੀ ਹੈ ਕਿ ਜਿੱਥੇ ਪ੍ਰਕਾਸ਼ ਕਰਨਾ ਉਹ ਜਗ੍ਹਾ ਪਹਿਲਾਂ ਗੁਰੂ ਸ਼ਬਦ ਦੇ ਅਨੁਕੂਲ ਹੋਣੀ ਚਾਹੀਦੀ ਹੈ। ਬਿਲਕੁਲ ਬਿਲਕੁਲ, ਸ਼ਬਦ ਦੇ ਅਨੁਸਾਰ ਹੀ ਹੋਣੀ ਚਾਹੀਦੀ ਹੈ। ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਪਰ ਇੰਨਾ ਵੀ ਅਸੀਂ ਉਹ ਆਪਣੇ ਹਿਰਦੇ ਨੂੰ ਸੌੜਾ ਨਾ ਕਰ ਲਈਏ, ਤੰਗ ਨਾ ਕਰ ਲਈਏ ਕਿ ਅਸੀਂ ਹਰ ਪਾਸੇ ਤੋਂ ਇੱਕ ਦੂਜੇ ਦੀਆਂ ਲੱਤਾਂ ਖਿੱਚੀਏ ਤੇ ਇੱਥੇ ਨਹੀਂ ਜਾ ਸਕਦਾ ਜੀ, ਇੱਥੇ ਐ ਨਹੀਂ ਹੋ ਸਕਦਾ ਜੀ, ਇੱਥੇ ਉਹ ਨਹੀਂ ਹੋ ਸਕਦਾ, ਜਿਸ ਤਰ੍ਹਾਂ ਅੱਜ ਦੇ ਸਮਾਜ 'ਚ ਹੋ ਰਿਹਾ। ਅੱਜ ਆਪਾਂ ਦੇਖਦੇ ਹਾਂ ਕਿ ਕਿਤੇ ਵੀ, ਚਾਹੇ ਕੋਈ ਮੁਲਕ ਆ, ਚਾਹੇ ਇੰਗਲੈਂਡ ਆ, ਕਿਤੇ ਵੀ ਆ, ਇੱਥੇ ਕਈ ਵਾਰੀ ਆਜ਼ਾਦੀ ਕੱਟੜਤਾ ਵੀ ਆਪਾਂ ਨੂੰ ਮਾਰ ਲੈਂਦੀ ਆ ਜੀ। ਜੇ ਆਪਾਂ ਸਿੱਖੀ ਦੇ ਨਾਲ, ਜਿੱਦਾਂ ਤੁਸੀਂ ਵੀ ਦੱਸਿਆ, ਕਿਸੇ ਨੂੰ ਜੋੜਨ ਦੀ ਵਜ੍ਹਾ ਆਪਾਂ ਨੂੰ ਤੋੜ ਦਿੰਦੇ ਆ। ਲੇਕਿਨ ਜੇ ਆਪਾਂ ਅੱਜ ਗੱਲ ਕਰਦੇ, ਕਿਉਂਕਿ ਅੱਜ ਹਰ ਇੱਕ ਸਿੱਖ ਦਾ, ਇਕੱਲੇ ਸਿੱਖ ਦਾ ਹੀ ਨਹੀਂ, ਹਰ ਇੱਕ ਦਾ ਜਿਹੜਾ ਬਾਬੇ ਨਾਨਕ ਨੂੰ ਮੰਨਦਾ, ਚਾਹੇ ਉਹ ਮੁਸਲਮਾਨ ਹੈ, ਚਾਹੇ ਉਹ ਹਿੰਦੂ ਆ, ਚਾਹੇ ਉਹ ਈਸਾਈ ਆ, ਹਰ ਇੱਕ ਦਾ ਜੋ ਇਹ ਆ ਵੀ ਸਾਨੂੰ ਜਿਹੜਾ ਮੋਹਰਲੇ ਮਹੀਨੇ ਆ ਰਿਹਾ ਨਵੰਬਰ ਦੇ ਵਿੱਚ ਬਾਬੇ ਨਾਨਕ ਜੀ ਦਾ ਗੁਰਪੁਰਬ, ਅਸੀਂ ਉਹ 'ਤੇ ਸ਼ਾਮਲ ਹੋਈਏ। ਤੁਹਾਡੇ ਹਿਸਾਬ ਨਾਲ ਕਿਹੋ ਜਿਹੀਆਂ ਤਿਆਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਕੀਤੀਆਂ ਜਾਂ ਕਰ ਰਹੇ ਨੇ? ਕਿਹੋ ਜਿਹੀਆਂ ਤਿਆਰੀਆਂ ਹੋਣੀਆਂ? ਸੁਲਤਾਨਪੁਰ ਦੀ ਧਰਤੀ ਤੇ ਪੰਜ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਚੇਚੇ ਤੌਰ ਤੇ ਜਿਹੜੀਆਂ ਤਿਆਰੀਆਂ ਉਹ ਕਾਫੀ ਲੰਮੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਨੇ। ਉਹ ਜਗਤ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਆ ਰਿਹਾ, ਉੱਥੇ ਔਰ ਜਿੰਨੇ ਵੀ ਕਾਰ ਸੇਵਾ ਵਾਲੇ ਮਹਾਂਪੁਰਸ਼ ਨੇ, ਉਹਨਾਂ ਨੂੰ ਵੱਖ-ਵੱਖ ਸੇਵਾਵਾਂ ਸੌਂਪੀਆਂ ਗਈਆਂ ਨੇ। ਸਰਾਵਾਂ ਦੀਆਂ ਸੇਵਾਵਾਂ ਨੇ, ਹੋਰ ਬਹੁਤ ਸਾਰੀਆਂ ਸੇਵਾਵਾਂ ਉੱਥੇ ਚੱਲ ਰਹੀਆਂ ਨੇ। ਔਰ ਜਿਸ ਤਰ੍ਹਾਂ ਸੁਲਤਾਨਪੁਰ ਦੇ ਵਿੱਚ ਸਾਰੇ ਜਿਹੜੇ ਸੁਲਤਾਨਪੁਰ ਨੂੰ ਹੈ ਉਹ ਵਾਈਟ ਰੰਗ, ਚਿੱਟਾ ਰੰਗ ਕੀਤਾ ਗਿਆ, ਉਹਨੂੰ ਵਾਈਟ ਸਿਟੀ ਬਣਾ ਦੇ, ਜਿਵੇਂ ਅਨੰਦਪੁਰ ਸਾਹਿਬ 99 ਦੇ ਵਿੱਚ ਕੀਤਾ ਸੀ ਨਾ। ਇਸੇ ਤਰ੍ਹਾਂ ਹੀ
ਸੁਲਤਾਨਪੁਰ ਦੀ ਧਰਤੀ ਤੇ ਹੁਣ ਉਹ ਸਾਰਾ ਚਿੱਟਾ ਰੰਗ ਕੀਤਾ ਗਿਆ, ਉਹਨੂੰ ਵਾਈਟ ਸਿਟੀ ਬਣਾ ਦਿੱਤਾ ਗਿਆ। ਹਾਂਜੀ। ਔਰ ਸੈਂਟਰ ਗਵਰਨਮੈਂਟ ਵੱਲੋਂ ਵੀ ਸੁਲਤਾਨਪੁਰ ਵਿਖੇ ਵਿਸ਼ੇਸ਼ ਤੌਰ ਤੇ ਜਿਹੜੇ ਵੱਖ-ਵੱਖ ਥਾਵਾਂ ਤੋਂ ਬਹੁਤ ਸਾਰੀਆਂ ਟ੍ਰੇਨਾਂ ਉਪਲਬਧ ਕੀਤੀਆਂ ਗਈਆਂ ਨੇ ਕਿ ਯਾਤਰੂਆਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ। ਉਹ ਸੁਖੈਨ ਹੀ ਯਾਤਰੂ ਜਿਹੜੇ ਸੁਲਤਾਨਪੁਰ ਧਰਤੀ ਦੀ ਤੇ ਜਾ ਸਕਣ, ਨਤਮਸਤਕ ਹੋ ਸਕਣ। ਬਹੁਤ ਸਾਰੀਆਂ ਟ੍ਰੇਨਾਂ ਉਹਨਾਂ ਦਿਨਾਂ ਦੇ ਵਿੱਚ ਚੱਲ ਰਹੀਆਂ ਨੇ। ਔਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਇਹ 550 ਸਾਲਾ ਪਾਵਨ ਪ੍ਰਕਾਸ਼ ਗੁਰਪੁਰਬ ਹੈ, ਉਹਦੇ ਸੰਬੰਧ ਦੇ ਅੰਦਰ 1 ਨਵੰਬਰ ਤੋਂ ਲੈ ਕੇ 12 ਨਵੰਬਰ ਤੱਕ ਲਗਾਤਾਰ ਜਿਹੜੇ ਗੁਰਮਤਿ ਸਮਾਗਮ ਨੇ ਉਹ ਚੱਲ ਰਹੇ ਨੇ। ਉਸੇ ਲੜੀ ਦੇ ਤਹਿਤ ਹੀ ਔਰ ਸਿੱਖ ਸੰਮੇਲਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਪਾਵਨ ਧਰਤੀ ਤੇ 10 ਅਕਤੂਬਰ ਨੂੰ ਹੋਇਆ, ਜਿਸ ਦੇ ਵਿੱਚ ਨਾਨਕ ਨਾਮ ਲੇਵਾ ਜਿੰਨੇ ਵੀ ਸੰਸਥਾਵਾਂ ਨੇ, ਜਿੰਨੇ ਵੀ ਸਿੱਖ ਨੇ, ਉਹਨਾਂ ਨੇ ਸ਼ਿਰਕਤ ਕੀਤੀ ਹੈ। ਉਹ ਬੜੀ ਚੜ੍ਹਦੀ ਕਲਾ ਦੇ ਨਾਲ ਹੋਇਆ। ਔਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਅੰਦਰ ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ, ਕਿਰਤ ਕਰੋ ਨਾਮ ਜਪੋ ਤੇ ਵੰਡ ਸਕੋ ਦਾ ਜਿਹੜਾ ਸਿਧਾਂਤ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਕਿ ਸਾਰੀ ਮਨੁੱਖਤਾ ਦੇ ਨਾਲ ਪਿਆਰ ਕਰਨਾ, ਪ੍ਰੇਮ ਕਰਨਾ ਹੈ। ਔਰ ਇਹ ਸਿਧਾਂਤ ਨੂੰ ਪਹੁੰਚਾਉਣ ਦੇ ਲਈ ਜੋ ਇੰਟਰਨੈਸ਼ਨਲ ਮਹਾਨ ਨਗਰ ਕੀਰਤਨ, ਅੰਤਰਰਾਸ਼ਟਰੀ ਮਹਾਨ ਨਗਰ ਕੀਰਤਨ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਦੇ ਹੇਠ ਪੰਜ ਪਿਆਰੇ ਸਾਹਿਬਾਨ ਜੀ ਦੀ ਅਗਵਾਈ ਦੇ ਅੰਦਰ ਪ੍ਰਾਰੰਭ ਹੋਇਆ ਸੀ। ਉਹ ਪੜਾਅ ਪੜਾਅ 5 ਤਖਤਾਂ ਦੀ ਯਾਤਰਾ ਕਰਦਾ ਹੋਇਆ ਔਰ 5 ਨਵੰਬਰ ਨੂੰ ਸੁਲਤਾਨਪੁਰ ਲੋਧੀ ਗੁਰਦੁਆਰਾ ਬੇਰ ਸਾਹਿਬ ਵਿਖੇ ਇਹ ਸੰਪੰਨ ਹੋਣਾ ਹੈ। ਜੇ ਇਸ ਮਹਾਨ ਨਗਰ ਕੀਰਤਨ ਨੇ 4 ਤਖਤ ਸਾਹਿਬਾਨਾਂ ਦੀ ਯਾਤਰਾ ਕਰ ਲਈ ਹੈ, ਦਰਸ਼ਨ ਦੀਦਾਰੇ ਕੀਤੇ ਨੇ, ਜਿਨ੍ਹਾਂ ਵਿੱਚੋਂ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ, ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਔਰ ਅਬਚਲ ਨਗਰ ਸੱਚਖੰਡ ਹਜੂਰ ਸਾਹਿਬ ਅਤੇ ਤਖਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਬਿਹਾਰ। ਇਹਨਾਂ 4 ਤਖਤ ਸਾਹਿਬਾਨਾਂ ਦੀ ਯਾਤਰਾ ਕਰ ਲਈ ਹੈ ਔਰ ਇਹ ਆਪਣੇ ਨਗਰ ਕੀਰਤਨ ਪੜਾਅ ਪੜਾਅ ਆਪਣੀ ਮੰਜ਼ਿਲੇ ਮਕਸੂਦ ਵੱਲ ਨੂੰ ਵੱਧਦਾ ਜਾ ਰਿਹਾ ਔਰ ਕੁਝ ਦਿਨਾਂ ਦੇ ਅੰਦਰ ਹੀ ਇਹ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਇਸ ਨਗਰ ਕੀਰਤਨ ਨੇ ਉੱਥੇ ਦੇ ਜਾ ਕਰਕੇ ਦਰਸ਼ਨ ਦੀਦਾਰੇ ਕਰਨੇ ਨੇ। ਉੱਥੋਂ ਹੁੰਦਾ ਹੋਇਆ ਫਿਰ ਇਹ ਸੁਲਤਾਨਪੁਰ ਲੋਧੀ ਵਿਖੇ ਜਾ ਕਰਕੇ ਸੰਪੰਨ ਹੋਣਾ ਹੈ। ਔਰ ਉਸ ਸਮੇਂ ਅੱਜ ਤੋਂ 550 ਸਾਲ ਪਹਿਲਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਨੇ, ਸਰੀਰ ਰੂਪ ਦੇ ਵਿੱਚ ਆਏ ਸਨ ਤੇ ਸਰੀਰ ਰੂਪ ਵਿੱਚ ਆ ਕੇ ਸਾਰੀ ਕਾਇਨਾਤ ਨੂੰ ਸ਼ਬਦ ਦੇ ਲੜ ਲਾਇਆ। ਜਦੋਂ ਸਿੱਧਾ ਨੇ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਤੁਹਾਡਾ ਗੁਰੂ ਕੌਣ ਹੈ, ਪ੍ਰਸ਼ਨ ਕੀਤਾ ਕਵਨ ਗੁਰੂ ਕਿਸਕਾ ਤੂੰ ਚੇਲਾ, ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਨੂੰ ਉੱਤਰ ਇਹ ਦਿੱਤਾ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ, ਕਿ ਸਾਡਾ ਸ਼ਬਦ ਗੁਰੂ ਹੈ, ਕੋਈ ਸਰੀਰ ਗੁਰੂ ਨਹੀਂ ਹੈ। ਅੱਜ ਉਸੇ ਅਸਥਾਨ ਤੋਂ ਹੀ ਸ਼ਬਦ ਰੂਪ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹ ਸ਼ਬਦ ਦਾ ਹੀ ਪ੍ਰਚਾਰ ਕਰਦਾ ਹੋਇਆ ਕਿ ਭਾਈ ਸਰੀਰ ਦੇ ਨਾਲ ਨਹੀਂ ਜੁੜਨਾ, ਦੇਹ ਦੇ ਨਾਲ ਨਹੀਂ ਜੁੜਨਾ, ਦੇਹ ਨੂੰ ਤਿਆਗ ਕਰਕੇ ਆ ਸ਼ਬਦ ਦੇ ਲੜ ਲੱਗਣਾ, ਸ਼ਬਦ ਗੁਰੂ ਦੇ ਲੜ ਲੱਗਣਾ। ਇਹ ਸ਼ਬਦ ਦਾ ਉਪਦੇਸ਼ ਸਿੰਘ ਸਾਹਿਬ ਜੀ ਇੱਥੇ ਸੌਰੀ ਮੈਂ ਤੁਹਾਨੂੰ ਗੱਲ ਟੋਕੀ ਹੈ, ਜੇ ਆਪਾਂ ਗੱਲ ਕੀਤੀ ਜਾਵੇ ਕਿਉਂਕਿ ਆਪਾਂ ਮੀਡੀਆ ਤੇ ਬੈਠੇ ਆਪਾਂ ਨੂੰ ਸਾਰੇ ਦੇਖ ਰਹੇ ਸਿੱਖ ਚੈਨਲ ਤੇ ਬੈਠੇ ਆ, ਜੇ ਆਪਾਂ ਤੁਸੀਂ ਪਹਿਲੀ ਵਾਰੀ ਵਿਦੇਸ਼ ਦੀ ਧਰਤੀ ਇੰਗਲੈਂਡ ਤੇ ਆਏ ਹੋ, ਤੁਸੀਂ ਇੱਥੇ ਵੇਖਦੇ ਹੋ ਕਿ ਕਿਸ ਤਰ੍ਹਾਂ ਨੌਜਵਾਨਾਂ 'ਚ ਬੱਚਿਆਂ ਸਿੱਖੀ ਪ੍ਰਤੀ ਪਿਆਰ ਆ। ਉਹ ਕੇਸ ਰੱਖਦੇ ਨੇ, ਚਲੋ ਕਈ ਦਾੜੀਆਂ ਵੱਡੀਆਂ ਨਹੀਂ ਰੱਖਦੇ ਲੇਕਿਨ ਕੇਸ ਰੱਖਦੇ ਨੇ, ਸਿੱਖੀ ਨਾਲ ਜੁੜਦੇ ਨੇ। ਲੇਕਿਨ ਜੇ ਪੰਜਾਬ ਦੀ ਧਰਤੀ ਦੀ ਗੱਲ ਕੀਤੀ ਜਾਵੇ, ਉੱਥੇ ਪਤਿਤਪੁਣੇ ਵੱਲ ਨੂੰ ਜ਼ਿਆਦਾ ਨੌਜਵਾਨ ਬੱਚੀਆਂ ਵੱਧ ਰਹੇ ਕਿ ਉਹਨਾਂ ਵਿੱਚ ਵੀ ਇਸੇ ਨਗਰ ਕੀਰਤਨ ਵੱਲ ਦੇਖ ਕੇ ਜਾਂ 550 ਸਾਲਾ ਸਤਾਬਦੀ ਦੇਖ ਕੇ ਜਾਗਰਤੀ ਆਊਗੀ ਕਿ ਨਹੀਂ ਆਊਗੀ? ਦੇਖੋ ਇਸ ਨਗਰ ਕੀਰਤਨ ਦੇ ਨਾਲ ਕਿਉਂਕਿ ਦਾਸ ਤਕਰੀਬਨ 15 ਦਿਨ ਇਸ ਨਗਰ ਕੀਰਤਨ ਦੇ ਨਾਲ ਯੂਪੀ ਦੇ ਵਿੱਚ ਰਿਹਾ। ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਉਹਨਾਂ ਦੇ ਅੰਦਰ ਬੜਾ ਪ੍ਰੇਮ ਹੈ, ਬੜੇ ਸ਼ਰਧਾ ਦੇ ਨਾਲ ਇਸ ਨਗਰ ਕੀਰਤਨ ਦੇ ਵਿੱਚ ਉਹ ਮੋਟਰਸਾਈਕਲਾਂ ਦੇ ਰਾਹੀਂ, ਆਪਣੇ ਹੋਰ ਵਹੀਕਲਾਂ ਦੇ ਰਾਹੀਂ ਸ਼ਿਰਕਤ ਕਰਦੇ ਨੇ, ਦਰਸ਼ਨ ਦੀਦਾਰੇ ਕਰਦੇ ਨੇ, ਬੜਾ ਲੰਮਾ ਦੂਰ ਤੱਕ ਜਾਂਦੇ ਨੇ। ਔਰ ਬਹੁਤ ਸਾਰੇ ਜਿਹੜੇ ਨੌਜਵਾਨ ਪਤਿਤ ਹੋਏ ਸਨ, ਉਹਨਾਂ ਨੇ ਪ੍ਰਣ ਕੀਤਾ ਹੈ ਕਿ ਅੱਜ ਤੋਂ ਬਾਅਦ ਅਸੀਂ ਰੋਮ ਨਹੀਂ ਕਟਾਵਾਂਗੇ, ਕਿਉਂਕਿ ਇਹਨਾਂ 15 ਦਿਨਾਂ ਦੇ ਵਿੱਚ ਵੀ ਦਾਸ ਜਿੱਥੇ ਵੀ ਕਿਤੇ ਪੜਾਅ ਹੁੰਦਾ ਸੀ ਉੱਥੇ ਗੁਰਮਤਿ ਵਿਚਾਰਾਂ ਵੀ ਹੁੰਦੀਆਂ
ਹਾਂਜੀ ਹਾਂਜੀ ਤੇ ਉਹਨਾਂ ਵਿਚਾਰਾਂ ਦੇ ਰਾਹੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ ਉਪਦੇਸ਼ ਸੀ ਉਹ ਵੀ ਸੰਗਤਾਂ ਦੇ ਪ੍ਰਤੀ ਉਹਨਾਂ ਨੂੰ ਜਾਗਰੂਕ ਕੀਤਾ ਜਾਂਦਾ ਕਿ ਸਤਿਗੁਰਾਂ ਦਾ ਆਹ ਉਪਦੇਸ਼ ਹੈ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਪਹਿਲੀ ਵਾਰ ਆਪਣੇ ਨਾਲ ਲਿਆ, ਹਾਂਜੀ ਉਸ ਸਮੇਂ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੁਝ ਗੱਲਾਂ ਕਹੀਆਂ ਸਨ ਹਾਂਜੀ ਤੇ ਸਤਿਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਮਰਦਾਨਿਆਂ ਅੱਜ ਤੋਂ ਬਾਅਦ ਰੋਮਾਂ ਦੀ ਬੇਅਦਬੀ ਨਹੀਂ ਕਰਨੀ। ਹਾਂਜੀ ਜੀ ਇਤਿਹਾਸ ਇਸ ਗੱਲ ਦੀ ਗਵਾਹੀ ਪਰਤ ਕਰਕੇ ਭਾਈ ਮਰਦਾਨਾ ਜੀ ਨੇ ਰੋਮਾਂ ਦੀ ਬੇਅਦਬੀ ਨਹੀਂ ਕੀਤੀ। ਦੂਜੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ, ਮਰਦਾਨਿਆਂ ਅੱਜ ਤੋਂ ਬਾਅਦ ਟੋਪੀ ਨਹੀਂ ਪਹਿਨਣੀ। ਹਾਂਜੀ ਤੇ ਭਾਈ ਮਰਦਾਨੇ ਨੇ ਪਰਤ ਕੇ ਟੋਪੀ ਨਹੀਂ ਪਹਿਨੀ। ਬਿਲਕੁਲ। ਇਹ ਜਿਹੜੀਆਂ ਗੱਲਾਂ ਸਨ, ਜਦੋਂ ਅਸੀਂ ਉਹਨਾਂ ਨੌਜਵਾਨਾਂ ਦੇ ਪ੍ਰਤੀ ਉਹਨਾਂ ਦੇ ਸਾਹਮਣੇ ਰੱਖੀਆਂ ਹਾਂਜੀ ਤੇ ਉਹਨਾਂ ਦੇ ਅੰਦਰ ਵੀ ਇਹ ਉਤਸ਼ਾਹ ਪੈਦਾ ਹੋਇਆ ਕਿ ਅੱਜ ਤੋਂ ਬਾਅਦ ਅਸੀਂ ਰੋਮ ਨਹੀਂ ਕਟਾਵਾਂਗੇ। ਉਹਦੇ ਵਿੱਚ ਨਗਰ ਕੀਰਤਨ ਦੇ ਵਿੱਚ ਰਾਹੀਂ ਇਹ ਮੈਸੇਜ ਘਰ ਘਰ ਤੱਕ ਪਹੁੰਚਿਆ। ਬਹੁਤ ਸਾਰੇ ਨੌਜਵਾਨਾਂ ਨੇ ਇਹ ਪ੍ਰਣ ਕੀਤੇ ਨੇ ਆ ਕਿ ਅੱਜ ਤੋਂ ਬਾਅਦ ਅਸੀਂ ਰੋਮਾਂ ਦੀ ਬੇਅਦਬੀ ਨਹੀਂ ਕਰਾਂਗੇ, ਗੁਰੂ ਨਾਨਕ ਦੇਵ ਜੀ ਦੇ ਸੱਚੇ ਸੁੱਚੇ ਸਿੱਖ ਬਣਾਂਗੇ, ਧਾਰਨ ਇਹ ਜੋ ਧਰਮ ਹੈ ਇਹਨੂੰ ਧਾਰਨ ਕਰਦੇ ਆ। ਸੋ ਮਤਲਬ ਕਿ ਭਾਈ ਸਾਹਿਬ ਜੀ ਮਤਲਬ ਦੇਖ ਲਓ ਕਿ ਗੁਰੂ ਨਾਨਕ ਦੇਵ ਜੀ ਮਾਰ ਕੇ ਹੀ ਕਹਿ ਦਿੰਦੇ ਜਿਵੇਂ ਦਸਮ ਪਾਤਸ਼ਾਹ ਨੇ ਸਿੰਘ ਸਜਾਏ, ਉਹ ਤਾਂ ਠੀਕ ਹੈ ਅੰਮ੍ਰਿਤ ਛਕਾ ਕੇ ਉਹ ਸਿੰਘ ਸਜਾਏ ਨੇ, ਪਰ ਸਿੱਖੀ ਸਾਡੀ ਗੁਰੂ ਨਾਨਕ ਦੇਵ ਜੀ ਤੋਂ ਹੀ ਸ਼ੁਰੂ ਹੋਈ ਜੀ। ਹਾਂਜੀ ਓਕੇ, ਇੱਕ ਛੋਟਾ ਜਿਹਾ ਕੁਐਸਚਨ ਮੈਂ ਬੋਲਿਆ ਜੀ ਕਿ ਬਈ ਪੰਜਾਬੀ ਮਾਂ ਬੋਲੀ ਦਾ ਪੰਜਾਬ ਦੇ ਵਿੱਚ ਇਸ ਟਾਈਮ ਕੀ ਹੋ ਰਿਹਾ, ਉਹਦੇ ਪ੍ਰਸਾਰ ਵਾਸਤੇ ਕੁਝ ਨਾ ਕੋਈ ਪ੍ਰੋਗਰਾਮ ਲਿਖੇ ਜਾ ਰਹੇ ਨੇ? ਕਿਉਂਕਿ ਅੱਜ ਕੱਲ੍ਹ ਬਹੁਤ ਪੰਜਾਬੀ ਨੂੰ ਟਾਈਟ ਤੇ ਨਿਆਣਿਆਂ ਤੋਂ ਦੇਖੀ ਤਾਂ ਨਿਆਣੇ ਦੇ ਮੀਨਸ ਕਹਿਣ ਦਾ ਵੀ ਜਿਹੜੇ ਯੰਗਸਟਰ ਕਾਲਜਾਂ 'ਚ ਵੀ ਪੜ੍ਹਦੇ ਨੇ ਉਹਨਾਂ ਨੂੰ ਵੀ ਪੰਜਾਬੀ ਦੇ 10 ਗੁਰੂਆਂ ਦੇ ਨਾਂ ਨਹੀਂ ਆਉਂਦੇ, 5 ਪਿਆਰਿਆਂ ਦੇ ਨਾਂ ਨਹੀਂ ਆਉਂਦੇ ਜੀ। ਇੱਥੋਂ ਤੱਕ ਕਿ ਕਈ ਉਹਨਾਂ ਨੂੰ ਆਪਣੇ ਜਿਹੜੇ ਪੁਰਾਣੇ ਨਹੀਂ ਕਹਿ ਸਕਦੇ ਆਪਾਂ, ਜਿਹੜੀਆਂ ਆਪਣਾ ਨਾ ਤਾਂ ਇਹ ਕਿਸਾਨੀ ਦੇ ਟੂਲਾਂ ਦਾ ਪਤਾ, ਨਾ ਕੋਈ ਉਹਨਾਂ ਨੂੰ ਮੀਨਿੰਗ ਵੀ ਪਤਾ ਨਹੀਂ। ਸੋ ਮਤਲਬ ਉਹਦੇ ਬਾਰੇ ਕੀ ਹੋ ਰਿਹਾ ਜੀ? ਸਿੱਖੀ ਜਿਹੜੀ ਸਾਡੇ ਤੋਂ ਪੰਜਾਬੀ ਸਾਡੇ ਤੋਂ ਖੁੱਸੀ ਜਾ ਰਹੀ। ਦੇਖੋ, ਜਿਹੜੇ ਤਾਂ ਜਾਗਦੇ ਨੇ, ਅਸਲ ਸਭ ਤੋਂ ਪਹਿਲਾਂ ਸਾਨੂੰ ਆਪ ਨੂੰ ਜਾਗਣਾ ਪੈਣਾ ਹੈ। ਬਿਲਕੁਲ। ਜਦੋਂ ਤੱਕ ਅਸੀਂ ਆਪ ਨਹੀਂ ਜਾਗਦੇ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਜਗਾ ਸਕਦੇ। ਬਿਲਕੁਲ ਬਿਲਕੁਲ। ਇਸ ਪ੍ਰਤੀ ਸਾਨੂੰ ਪਹਿਲਾਂ ਆਪਣੇ ਆਪ ਨੂੰ ਜਾਗਣਾ ਪਵੇਗਾ, ਆਪਣੇ ਪਰਿਵਾਰ ਨੂੰ ਜਗਾਉਣਾ ਪਵੇਗਾ। ਤੇ ਜਦੋਂ ਅਸੀਂ ਆਪ ਜਾਗੇ, ਪਰਿਵਾਰ ਜਾਗਿਆ, ਤੇ ਫਿਰ ਅਸੀਂ ਔਰ ਆਸ-ਪਾਸ ਨੂੰ, ਗੁਆਂਢੀਆਂ ਨੂੰ, ਸਾਰਿਆਂ ਨੂੰ ਜਗਾਵਾਂਗੇ। ਅਜੇ ਤੱਕ ਤਾਂ ਅਸੀਂ ਬਹੁਤ ਸਾਰੇ ਆਪ ਜਾਗੇ ਹੋਏ ਆ ਔਰ ਸੁੱਤੇ ਪਏ ਆ, ਅਵੇਸਲੇ ਹੋਏ ਆ। ਔਰ ਇਹਦੇ ਵਿੱਚ ਜਿਹੜੇ ਜਿਨ੍ਹਾਂ ਦੇ ਅੰਦਰ ਸਿੱਖੀ ਪ੍ਰਤੀ ਦਰਦ ਹੈ, ਪਿਆਰ ਹੈ, ਔਰ ਉਹ ਇਸ ਗੱਲ ਦਾ ਹੋਕਾ ਵੀ ਦਿੰਦੇ ਆ ਕਿ ਭਾਈ ਗੁਰਬਾਣੀ ਨੂੰ ਵੱਧ ਤੋਂ ਵੱਧ ਪੜ੍ਹਨਾ ਹੈ, ਗੁਰਮੁਖੀ ਦੇ ਨਾਲ ਪਿਆਰ ਕਰਨਾ। ਪਿਆਰ ਤਾਂ ਹੀ ਹੋਏਗਾ ਜੇ ਅਸੀਂ ਗੁਰਮੁਖੀ ਅੱਖਰ ਪੜ੍ਹੇ ਹੋਣ। ਜੇ ਪੁਰਾਣੇ ਸਮੇਂ ਦੇ ਅੰਦਰ ਇਹ ਗੁਰਮੁਖੀ ਔਰ ਗੁਰੂ ਘਰਾਂ ਦੇ ਵਿੱਚੋਂ ਗ੍ਰੰਥੀ ਸਿੰਘਾਂ ਕੋਲੋਂ ਸਾਨੂੰ ਸਿੱਖਣ ਨੂੰ ਮਿਲਦੀ ਸੀ ਤੇ ਅੱਜ ਕੱਲ੍ਹ ਸਕੂਲਾਂ ਦੇ ਵਿੱਚੋਂ ਮਿਲਦੀ ਹੈ। ਪਰ ਬਹੁਤ ਸਾਰੇ ਪੰਜਾਬ ਦੀ ਧਰਤੀ ਤੇ ਵੀ ਇਸ ਤਰ੍ਹਾਂ ਦੇ ਮਾਊਂਟ ਕਾਰਮਲ ਵਗੈਰਾ ਸਕੂਲ ਖੁੱਲ੍ਹੇ ਹੋਏ ਨੇ ਜਿੱਥੇ ਪੰਜਾਬੀ ਬੋਲਣ ਤੇ ਵੀ ਪਾਬੰਦੀ ਲੱਗੀ ਹੋਈ ਹੈ। ਔਰ ਮੈਂ ਕਹਿੰਦਾ ਵੀ ਅਜਿਹੇ ਜਿਹੜੇ ਸਕੂਲ ਨੇ, ਸਮੇਂ ਦੇ ਹਾਣੀ ਬਣਾਉਣਾ ਆਪਣੇ ਬੱਚਿਆਂ ਨੂੰ ਮੁਬਾਰਕ ਹੈ। ਸਮੇਂ ਦੇ ਹਾਣੀ ਬਣਾਉਣਾ ਚਾਹੀਦਾ ਹੈ। ਸਾਡੇ ਬੱਚਿਆਂ ਨੂੰ ਹਰ ਇੱਕ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ, ਮੁਬਾਰਕ ਹੈ। ਪਰ ਜਿਹੜਾ ਪਿਆਰ ਆਪਣੀ ਮਾਂ ਦੀ ਗੋਦ ਵਿੱਚੋਂ ਮਿਲਦਾ ਹੈ, ਉਹ ਪਿਆਰ ਕਦੇ ਵੀ ਚਾਚੀ, ਮਾਸੀ, ਮਾਮੀ, ਫੁੱਫੀ ਦੀ ਗੋਦ ਵਿੱਚੋਂ ਨਹੀਂ ਮਿਲੇਗਾ। ਜਿਹੜਾ ਪਿਆਰ ਸਾਨੂੰ ਆਪਣੀ ਗੁਰਮੁਖੀ ਵਿੱਚੋਂ ਪ੍ਰਾਪਤ ਹੋਏਗਾ, ਉਹ ਪਿਆਰ ਸਾਨੂੰ ਦੂਸਰੀ ਭਾਸ਼ਾ ਵਿੱਚੋਂ ਨਹੀਂ ਮਿਲੇਗਾ। ਬਿਲਕੁਲ। ਔਰ ਇਸ ਲਈ ਲੋੜ ਹੈ ਸਾਨੂੰ ਆਪਣੀ ਮਾਂ ਬੋਲੀ ਦੇ ਨਾਲ ਪਿਆਰ ਕਰਨ ਦੀ। ਜਿਹੜੇ ਚਿੰਤਕ ਵਿਅਕਤੀ ਨੇ ਆਪ ਜੀ ਵਰਗੇ, ਔਰ ਜਿਨ੍ਹਾਂ ਦੇ ਅੰਦਰ ਇਹ ਦਰਦ ਹੈ, ਮਾਂ ਬੋਲੀ ਪ੍ਰਤੀ ਦਰਦ ਹੈ, ਔਰ ਉਹਨਾਂ ਨੇ ਇੱਕ ਸਮਾਜ ਨੂੰ ਇਹ ਨਾਅਰਾ ਦਿੱਤਾ ਹੈ ਕਿ ਊੜਾ ਤੇ ਜੂੜਾ ਨਹੀਂ ਸੰਭਾਲੋਗੇ ਤੇ ਸਿੱਖੀ ਕਿੱਥੋਂ ਭਾਲੋਗੇ। ਵਾਹਿਗੁਰੂ। ਜੇ ਆਹ ਦੋ ਚੀਜ਼ਾਂ ਅਸੀਂ ਨਹੀਂ ਸੰਭਾਲੀਆਂ, ਊੜਾ ਨਹੀਂ ਸੰਭਾਲਿਆ, ਜੂੜਾ ਨਹੀਂ ਸੰਭਾਲਿਆ, ਫਿਰ ਸਾਡੇ ਵਿੱਚੋਂ ਸਿੱਖੀ ਅਲੋਪ ਹੋ ਜਾਏਗੀ। ਅਸੀਂ ਸਿੱਖੀ ਨੂੰ ਕਿੱਥੋਂ ਭਾਲਾਂਗੇ? ਸਿੱਖੀ ਸਾਡੇ ਕੋਲੇ ਨਹੀਂ ਹੋਏਗੀ। ਅੱਜ ਲੋੜ ਹੈ ਸਾਨੂੰ ਇਹਨਾਂ ਚੀਜ਼ਾਂ ਨੂੰ ਸੰਭਾਲਣ ਦੀ। ਜੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ 3 ਗੱਲਾਂ ਕਹੀਆਂ ਸੀ ਕਿ ਮਰਦਾਨਿਆਂ ਰੋਮਾਂ ਦੀ ਬੇਅਦਬੀ ਨਹੀਂ ਕਰਨੀ, ਟੋਪੀ ਨਹੀਂ ਪਹਿਨਣੀ, ਤੀਜੀ ਗੱਲ ਸੀ ਤੰਬਾਕੂ ਨਹੀਂ ਵਰਤਣਾ, ਨਸ਼ਿਆਂ ਦਾ ਸੇਵਨ ਨਹੀਂ ਕਰਨਾ। ਇਹਨਾਂ ਚੀਜ਼ਾਂ ਨੂੰ ਅਪਣਾ ਲਈਏ ਤਾਂ ਜੀਵਨ ਦੇ ਅੰਦਰ ਸਿੱਖੀ ਆ ਕਰਕੇ ਟਿਕੇਗੀ। ਬਿਲਕੁਲ ਬਿਲਕੁਲ। ਜੇ ਆਪਾਂ ਦੇਖਿਆ ਜਾਵੇ 350 ਸਾਲਾ ਜੋ ਗੁਰਪੁਰਬ ਮਨਾਇਆ ਸੀ ਪਟਨਾ ਸਾਹਿਬ ਦੀ ਧਰਤੀ ਤੇ,
ਜਿੱਥੇ 10ਵੇਂ ਪਾਤਸ਼ਾਹ ਜੀ ਦਾ। ਲੇਕਿਨ ਅੱਜ ਕਈਆਂ ਦੇ ਦਿਲਾਂ 'ਚ ਇੱਕ ਵਿਚਾਰ ਆ, ਆਪਣੇ ਦਿਲ ਦੇ ਵਿੱਚ ਉਹਨਾਂ ਦੇ ਇੱਕ ਸ਼ੰਕਾ ਕਹਿ ਲਓ ਕਿ ਜੇ ਸੁਲਤਾਨਪੁਰ ਦੀ ਲੋਧੀ ਦੀ ਧਰਤੀ ਤੇ ਵਿਖੇ ਪਹਿਲੇ ਪਾਤਸ਼ਾਹ 550 ਸਾਲਾ ਜਿਹੜਾ ਆ ਉਹ ਸ਼ਾਇਦ ਉਸ ਤਰ੍ਹਾਂ ਉਹਨੇ ਉੱਚੇ ਪੱਧਰ ਤੇ ਨਾ ਮਨਾਇਆ ਜਾ ਸਕੇ, ਕਿਉਂਕਿ ਇੱਕ ਬੰਨੇ ਤੇ ਪੰਜਾਬ ਦੇ ਵਿੱਚ ਜੋ ਕਾਂਗਰਸ ਸਰਕਾਰ ਹੈ ਉਹ ਸ਼੍ਰੋਮਣੀ ਕਮੇਟੀ ਦੇ ਨਾਲ ਮੇਲ ਮਿਲਾਪ ਨਹੀਂ ਰੱਖ ਰਹੀ, ਨਾ ਉਹ ਸਟੇਜ ਸਾਂਝੀ ਲਾਉਣ ਦੀ ਗੱਲ ਕਰ ਰਹੀ। ਕੀ ਤੁਹਾਨੂੰ ਲੱਗਦਾ ਕਿ ਜੋ ਸੁਲਤਾਨਪੁਰ ਦੀ ਲੋਧੀ ਤੇ ਧਰਤੀ ਤੇ ਮਨਾਏ ਜਾ ਰਿਹਾ ਸਮਾਗਮ, ਇਹ ਇੱਕ ਆਪਣੇ ਆਪ 'ਚ ਇੱਕ ਵਿਲੱਖਣਤਾ ਹੋਊਗਾ? ਹਾਂ, ਇਹ ਸੁਲਤਾਨਪੁਰ ਲੋਧੀ ਵਿਖੇ ਜੋ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਗੁਰਪੁਰਬ ਮਨਾਇਆ ਜਾ ਰਿਹਾ ਔਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਹਾਂਜੀ, ਉਹਨਾਂ ਵੱਲੋਂ ਵੀ ਉਚੇਚੇ ਯਤਨ ਕੀਤੇ ਜਾ ਰਹੇ ਨੇ। ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਵੀ ਤਨਦੇਹੀ ਦੇ ਨਾਲ ਇਹਨਾਂ ਯਤਨਾਂ ਦੇ ਵਿੱਚ ਲੱਗੇ ਹੋਏ ਨੇ। ਉਹ ਬੜੀ ਸ਼ਿਰਕਤ, ਬੜੇ ਜ਼ੋਰ ਦੇ ਨਾਲ ਔਰ ਸਮੁੱਚੀ ਲੋਕਾਈ ਨੂੰ ਇੱਕ ਪਲੇਟਫਾਰਮ ਦੇ ਉੱਪਰ ਇਕੱਠੇ ਹੋਣ ਦਾ ਸੰਦੇਸ਼ ਦੇ ਰਹੇ ਨੇ ਕਿ ਆਓ ਆਪਾਂ ਸਾਰੇ, ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਭੇ ਸਾਂਝੀ ਬਾਲ ਸਦਾਇਨ ਦਾ ਹੋਕਾ ਦਿੱਤਾ, ਸਾਨੂੰ ਇੱਕ ਦੇ ਲੜ ਲਾਇਆ। ਆਪਾਂ ਉਸ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੁੱਤਰ ਧੀਆਂ ਹੋ ਕਰਕੇ ਕਿਉਂ ਬਖਰੇਵੇਂ ਪਾ ਕਰਕੇ ਬੈਠੇ ਆ? ਆਪਾਂ ਸਾਰੇ ਇੱਕ ਪਲੇਟਫਾਰਮ ਦੇ ਉੱਪਰ ਇਕੱਠੇ ਹੋਈਏ, ਇੱਕ ਸਟੇਜ ਦੇ ਉੱਪਰ ਇਕੱਠੇ ਹੋਈਏ, ਤਾਂ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ ਇਹ ਪਿਆਰ ਵਾਲਾ ਸੰਦੇਸ਼ ਆ ਆਪਾਂ ਘਰ ਘਰ ਤੱਕ ਪਹੁੰਚਾ ਸਕੀਏ। ਇਹਨੂੰ ਵਧੀਆ ਤਰੀਕੇ ਦੇ ਨਾਲ ਸਤਿਗੁਰਾਂ ਦਾ ਜਿਹੜਾ ਪਾਵਨ ਪ੍ਰਕਾਸ਼ ਗੁਰਪੁਰਬ ਹੈ ਉਹਨੂੰ ਮਨਾ ਸਕੀਏ। ਪ੍ਰਭਜੋਤ ਜੀ ਪਹਿਲਾਂ ਤਾਂ ਤੁਹਾਡਾ ਮੈਂ ਧੰਨਵਾਦੀ ਹਾਂ ਕਿ ਤੁਸੀਂ ਇਹਨਾਂ ਨੂੰ ਮਾਨਚੈਸਟਰ ਤੋਂ ਲੈ ਕੇ ਆਏ। ਜੋ ਤੁਸੀਂ ਸਿੱਖ ਸਮਾਗਮ ਮਾਨਚੈਸਟਰ ਸੇਵਾ ਕਰ ਰਹੇ ਹੋ, ਉਹਦੇ 'ਚ ਤੁਸੀਂ ਕਿਹੜੀਆਂ ਸੇਵਾਵਾਂ ਕਰ ਰਹੇ, ਥੋੜ੍ਹੇ ਜਿਹੇ ਲਫ਼ਜ਼ਾਂ 'ਚ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜਿਹੜਾ ਸਿੱਖ ਸਮਾਗਮ ਸੇਵਾ ਜਿਹੜੀ ਚੈਰਿਟੀ ਨਾਲ ਅਸੀਂ ਇਸ ਸਾਲ ਬਣਾਈ ਚੈਰਿਟੀ, ਪਿਛਲੇ ਸਾਲ ਅਸੀਂ ਮੈਨਚੈਸਟਰ ਦੇ ਵਿੱਚ ਤਕਰੀਬਨ ਜਿਹੜੇ ਸਾਡੇ ਸਿੰਘ ਹੈਗੇ ਨੇ ਪਿਛਲੇ 50-55 ਸਾਲਾਂ ਤੋਂ ਉੱਥੇ ਆਪਣੇ ਸਿੰਘ ਹੈਗੇ ਨੇ ਮੈਨਚੈਸਟਰ ਦੇ ਵਿੱਚ, ਤੇ ਕਦੀ ਨਾ ਉੱਥੇ ਇਹੋ ਜਿਹਾ ਸਮਾਗਮ ਕਦੀ ਹੋਇਆ ਨਹੀਂ। ਤੇ ਚਲੋ ਮੈਂ ਤੇ ਗਿਆਨੀ ਅਮਰੀਕ ਸਿੰਘ ਰਠੌਰ ਅਸੀਂ ਬੜੇ ਚੰਗੇ ਮਿੱਤਰ ਹੈਗੇ ਆ, ਗੱਲਾਂ ਸਾਂਝੀਆਂ ਕਰਨੇ ਆ ਤੇ ਇੱਧਰ ਉੱਧਰ ਵੀ ਜਾਂਦੇ ਆ, ਤੇ ਅਸੀਂ ਦੋਨੋਂ ਬੈਠ ਕੇ ਸਲਾਹ ਕੀਤੀ। ਮੈਂ ਗਿਆਨੀ ਜੀ ਯਾਰ ਆਪਣੇ ਵੀ ਇੱਥੇ ਕੁਝ ਹੋਣਾ ਚਾਹੀਦਾ ਜੀ, ਤੇ ਕਿਆ ਉਹ ਕਹਿੰਦਾ ਪ੍ਰਭਜੋਤ ਕਰ ਲੈਣੇ, ਦੱਸੋ ਕੀ ਕਰਨਾ? ਮੈਂ ਕਿਹਾ ਸਮਾਗਮ ਕਰਨਾ ਆਪਾਂ ਇੱਕ, ਤੇ ਗੁਰੂ ਸਾਹਿਬ ਨੇ ਬੜੀ ਬਖਸ਼ਿਸ਼ ਕੀਤੀ ਤੇ ਅਸੀਂ ਕੀ ਕੀਤਾ, ਫਿਰ ਜਥੇ ਕਰ ਲਿੱਤੇ, ਪੋਸਟਰ ਛਪਾ ਦਿੱਤੇ, ਗੁਰੂ ਘਰ ਨਾਲ, ਪੰਜੇ ਗੁਰੂ ਘਰ ਨਾਲ ਸਾਡੀ ਗੱਲ ਹੋ ਗਈ, ਉਹ ਵੀ ਸਾਡੇ ਨਾਲ ਰਲ ਗਏ। ਠੀਕ ਹੈ, ਤੇ ਅਸੀਂ ਪਹਿਲਾ ਮੈਨਚੈਸਟਰ ਦੇ ਹਿਸਟਰੀ ਦੇ ਵਿੱਚ ਪਹਿਲਾ ਮੈਨਚੈਸਟਰ ਸਮਾਗਮ ਕੀਤਾ। ਤੇ ਉਹਦੇ ਨਾਲ ਫਿਰ ਕੀ ਹੋਇਆ, ਮੈਨੂੰ ਤੇ ਉੱਥੇ ਮੈਂ ਤੇ ਤਕਰੀਬਨ 2007 ਦਾ ਉੱਥੇ ਗਿਆ, ਪਹਿਲਾਂ ਵੁਲਵਰਹੈਂਪਟਨ ਰਹਿੰਦੇ ਸੀ ਅਸੀਂ, ਤੇ ਬੰਦੇ ਜਦੋਂ ਸਮਾਗਮ ਹੋਇਆ ਹਾਨ ਤੋਂ ਬਾਅਦ ਆ ਕਹਿੰਦੇ ਯਾਰ ਪ੍ਰਭਜੋਤ ਸਾਨੂੰ 50 ਸਾਲ ਹੋ ਗਏ ਨੇ ਇੱਥੇ, ਇਹ ਕੀਤਾ ਕਹਿੰਦਾ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਐਵੇਂ ਕੁਝ ਹੋ ਸਕਦਾ ਹੈ। ਉਹਦੇ ਵਿੱਚ ਸਾਰਿਆਂ ਨਾਲੋਂ ਵੱਡੀ ਗੱਲ, ਅਸੀਂ ਬੱਚਿਆਂ ਨੂੰ ਨਾਲ ਜੋੜਿਆ ਵੀਰ ਜੀ। ਅਸੀਂ 550 ਸਾਲਾਂ ਨੂੰ ਸਮਰਪਿਤ ਸੀ ਪਿਛਲੇ ਸਾਲ ਵਾਲਾ ਸਾਡਾ ਸਮਾਗਮ। ਫਿਰ ਤਕਰੀਬਨ ਕੋਈ ਲੱਖ ਪਾਉਂਡ ਸਾਡਾ ਖਰਚਾ ਆਇਆ। ਫਿਰ ਅਸੀਂ ਇਹ ਸੋਚਿਆ ਕਿ ਅਸੀਂ ਨਾ ਆਪਣੀ ਚੈਰਿਟੀ ਬਣਾਈਏ ਜਿਹਦੇ ਨਾਲ ਸਾਨੂੰ ਸੰਗਤ ਦਾ ਪੈਸਾ ਹੈਗਾ, ਉਹਦੇ ਵਿੱਚ ਜਿਹੜੀ ਗਿਫਟ ਏਡ ਸਾਨੂੰ ਮਿਲਦੀ ਹੈ, ਕਿਉਂਕਿ 50% ਜਿਹੜੇ ਬੰਦੇ ਨੇ ਨਾ ਉਹ ਬਿਜ਼ਨਸਮੈਨ ਹੈਗੇ ਨੇ, ਤੇ ਆਪਾਂ ਕਿਉਂ ਨਾ ਉਹਨਾਂ ਦਾ ਪੈਸਾ ਸਹੀ ਜਗ੍ਹਾ ਯੂਟਿਲਾਈਜ਼ ਕਰੀਏ। ਫਿਰ ਇਸ ਸਾਲ ਅਸੀਂ ਕੀ ਕੀਤਾ, ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਇਸ ਸਾਲ ਫਿਰ ਆਪਣੀ ਮੈਨਚੈਸਟਰ ਸਿੱਖ ਸਮਾਗਮ ਸੇਵਾ ਦੇ ਨਾਲ ਚੈਰਿਟੀ ਬਣਾਈ। ਚੈਰਿਟੀ ਵੀ ਚਲੋ ਗੁਰੂ ਸਾਹਿਬ ਨੇ ਕਿਰਪਾ ਕੀਤੀ, ਲੋਕਲ MP ਕੋਲ ਗਏ, ਅਸੀਂ ਬਹੁਤ ਲੇਟ ਚੱਲਣ ਦੇ ਸੀ ਸ਼ਡਿਊਲ ਦੇ ਉੱਤੇ, ਫਿਰ ਲੋਕਲ ਅਫਜ਼ਲ ਖਾਨ ਕੋਲ ਗਏ, ਅਫਜ਼ਲ ਖਾਨ ਨੇ ਬੜੀ ਹੈਲਪ ਕੀਤੀ, ਸਾਡੀ ਹਫਤੇ ਦੇ ਵਿੱਚ ਚੈਰਿਟੀ ਖਿਲਾ ਦਿੱਤੀ। ਹਾਲਾਂਕਿ ਚੈਰਿਟੀ ਸਾਡੀ ਜਨਵਰੀ ਤੱਕ ਖੁੱਲਣੀ ਨਹੀਂ ਸੀ। ਤੇ ਫਿਰ ਮੈਂ ਸੋਚਿਆ ਗਿਆਨੀ ਜੀ ਨਾਲ ਅਸੀਂ ਬਹਿ ਕੇ ਗੱਲ ਕਰਨੀ, ਮੈਂ ਕਿਹਾ ਗਿਆਨੀ ਜੀ ਚਲੋ ਅੰਮ੍ਰਿਤ ਸੰਚਾਰ ਪਿਛਲੀ ਵਾਰੀ ਕੀਤਾ, ਪਹਿਲੀ ਵਾਰੀ ਤਕਰੀਬਨ ਕੋਈ 23 ਪ੍ਰਾਣੀ ਨੇ ਅੰਮ੍ਰਿਤ ਛਕਿਆ ਪਿਛਲੇ ਸਾਲ। ਦੇਖੋ ਵੱਡੇ ਵੱਡੇ ਜਿਹੜੇ ਸਮਾਗਮ ਆਪਾਂ ਕਰਾਣੇ, ਇਹ ਸਮਾਗਮਾਂ ਦਾ ਫਲ ਉਹੀ ਹੈ ਜੇ ਗੁਰੂ ਆਪਾਂ ਸੰਗਤਾਂ ਨੂੰ ਗੁਰੂ ਨਾਲ ਜੋੜੀਏ, ਜਿਹੜੇ ਜੁੜ ਗਏ ਜੀ ਉਹ ਵੀ ਬਹੁਤ। ਸਾਡਾ ਇਹ ਟਾਰਗੇਟ ਸੀ, ਚਲੋ ਬਰਮਿੰਗਮ ਤੋਂ 5 ਪਿਆਰੇ ਸਾਹਿਬਾਨ ਆਏ, ਉਹਨਾਂ ਨੇ ਅੰਮ੍ਰਿਤ ਛਕਾਇਆ। ਸਾਡਾ ਇਹ ਸੀ ਕਿ ਇੰਨਾ ਉਪਰਾਲਾ ਅਸੀਂ ਕੀਤਾ, ਇੰਨੀ ਸੰਗਤਾਂ ਨੂੰ ਜੋੜਿਆ। ਸੰਗਤਾਂ ਐਡਮਬਰਾ ਤੋਂ ਆਈਆਂ, ਪੀਟਰਬਰਾ ਤੋਂ ਆਈਆਂ, ਗਲਾਸਕੋ ਤੋਂ ਆਈਆਂ, ਉਹ ਇੰਨੀ ਦੂਰੋਂ ਸਾਡੀ ਸੰਗਤਾਂ ਆਈਆਂ। ਪ੍ਰੋਗਰਾਮ ਬਹੁਤ ਵਧੀਆ ਹੋਇਆ। ਫਿਰ ਇਸ ਵਾਰੀ ਕੀ ਕੀਤਾ, ਬੈਠੇ ਸੀ, ਮੈਂ ਕਿਹਾ ਗਿਆਨੀ ਜੀ ਅਮਰੀਕ ਸਿੰਘ ਜੀ ਹੈਗੇ ਨੇ, ਮੈਂ ਕਿਹਾ ਵੀਰ ਜੀ ਆਪਾਂ ਨਾ ਐਤਕੀ 5 ਪਿਆਰੇ ਸਾਹਿਬਾਨ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੋਂ ਸੱਦਣੇ, ਤੇ ਗਿਆਨੀ ਜੀ ਕਹਿੰਦਾ ਕਰ ਲੈਣੇ ਆ। ਤੇ ਸਾਡੇ ਕੋਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਭਾਈ ਹਾਕਮ ਸਿੰਘ ਜੀ, ਉਹ ਸਾਡੇ ਕੋਲ ਇੱਥੇ ਆਏ ਸੀ ਉਸ ਟਾਈਮ, ਹੈੱਡ ਰਾਖੀ ਸਿੰਘ ਜਿਹੜੇ ਹੈੱਡ ਰਾਗੀ ਸੀ, ਤੇ ਉਹਨਾਂ ਨਾਲ ਗੱਲ ਵਿਚਾਰ ਹੋਏ ਕਿ ਵੀਰ ਜੀ ਕੋਈ ਗੱਲ ਨਹੀਂ। ਤੇ ਉਹਨਾਂ ਨਾਲ ਬਹਿ ਕੇ ਮੈਂ ਗਿਆਨੀ ਅਮਰੀਕ ਸਿੰਘ ਜੀ ਤੇ ਹਾਕਮ ਸਿੰਘ ਜੀ ਨਾਲ ਬਹਿ ਕੇ ਫਿਰ ਸਾਰਾ ਵੇਰਵਾ ਸੀ ਬਣਾਇਆ।
ਪ੍ਰੋਗਰਾਮ ਬਣਾਉਣ ਤੋਂ ਬਾਅਦ ਫਿਰ ਹਾਕਮ ਸਿੰਘ ਜੀ ਤਕਰੀਬਨ 15 ਦਿਨਾਂ ਬਾਅਦ ਚੱਲ ਗਏ ਸੀ ਵਾਪਸ। ਉਹਨਾਂ ਨੇ ਫਿਰ ਉੱਥੇ ਜਥੇਦਾਰ ਸਾਹਿਬ ਨਾਲ ਗੱਲ ਕੀਤੀ, ਹੈਡ ਗ੍ਰੰਥੀ ਫੂਲਾ ਸਿੰਘ ਜੀ ਨਾਲ ਗੱਲ ਕੀਤੀ, ਤੇ ਇਹਨਾਂ ਨਾਲ ਗੱਲ ਕਰਦੇ ਕਰਦੇ ਨਾ ਸਾਡਾ ਪ੍ਰੋਗਰਾਮ ਬਣ ਗਿਆ। ਗੁਰੂ ਸਾਹਿਬ ਨੇ ਇੰਨੀ ਬਖਸ਼ਿਸ਼ ਕੀਤੀ, ਚਲੋ ਚੈਰਿਟੀ ਸਾਡੀ ਨਵੀਂ ਸੀ, ਅਸੀਂ ਰਾਹਦਾਰੀਆਂ ਪਾਈਆਂ, ਗੁਰੂ ਸਾਹਿਬ ਨੇ ਵੀਜ਼ੇ ਲਵਾ ਦਿੱਤੇ। ਬਿਲਕੁਲ। ਤੇ ਮੈਂ ਕਹਿੰਦਾ ਵੀਰ ਜੀ 5 ਪਿਆਰੇ ਸਾਹਿਬਾਨ ਆਏ, ਏਅਰਪੋਰਟ ਤੋਂ ਘੱਟ ਸਾਡੇ ਨਾਲ ਕੋਈ 40-50 ਸੰਗਤਾਂ ਏਅਰਪੋਰਟ ਤੇ ਲੈਣ ਗਈਆਂ। ਏਅਰਪੋਰਟ ਤੇ ਸਾਡਾ ਵੀਰ ਇੱਕ ਹੈਗਾ, ਉਹਨੂੰ 28 ਸਾਲ ਹੋ ਗਏ ਨੇ, ਪ੍ਰਕਾਸ਼ ਸਿੰਘ ਜੀ ਹੈਗੇ ਨੇ, ਉਹ 28 ਸਾਲ ਹੋ ਗਏ ਨੇ ਏਅਰਪੋਰਟ ਤੇ ਕੰਮ ਕਰਦੇ ਨੇ। ਉਹਨੂੰ ਮੈਂ ਬੇਨਤੀ ਕੀਤੀ, ਮੈਂ ਕਿਹਾ ਵੀਰ ਜੀ 5 ਪਿਆਰੇ ਸਾਹਿਬਾਨ ਆ ਰਹੇ ਨੇ। ਕਹਿੰਦਾ ਪ੍ਰਭਜੋਤ ਯਾਰ ਤੂੰ ਬੜਾ ਲੇਟ ਦੱਸ ਦਿੱਤਾ, ਜੇ ਤੂੰ ਮੈਨੂੰ ਪਹਿਲਾਂ ਦੱਸਦਾ ਤੇ ਮੈਂ ਇਹਨਾਂ ਵਾਸਤੇ ਜਦੋਂ ਵੈਲਕਮ ਦਾ ਜਿਹੜਾ ਜਦੋਂ ਰਾਣੀ ਆਂਦੀ ਏ ਤੇ ਕਹਿੰਦਾ ਅਸੀਂ ਸਪੈਸ਼ਲ ਕਾਰਪੇਟ ਵਿਛਾਣੇ ਆ ਇਹਨਾਂ ਵਾਸਤੇ, ਤੇ ਕਹਿੰਦਾ ਜੇ ਤੂੰ ਮੈਨੂੰ ਇੱਕ ਹਫ਼ਤਾ ਮਤਲਬ ਪਹਿਲਾਂ ਦੱਸਦਾ, ਕੋਈ 10-20 ਦਿਨ, ਤੇ ਮੈਂ ਕਾਰਪੇਟ ਵਿਛਵਾਉਣਾ ਸੀ। ਮਗਰ ਫਿਰ ਵੀ ਉਹ ਸਿੰਘ ਨੇ ਇੰਨੀ ਲੋਕਲ ਅਥਾਰਟੀ ਨਾਲ ਗੱਲ ਕੀਤੀ, ਅਸੀਂ ਵੀ ਚਿੱਠੀ ਪਾਈ ਆਪਣੀ ਸਭਾ ਸੁਸਾਇਟੀ ਵੱਲੋਂ, ਤੇ ਉਹਨਾਂ ਨੇ 5 ਪਿਆਰੇ ਸਾਹਿਬਾਨ ਨੂੰ ਜਹਾਜ਼ ਦੇ ਵਿੱਚੋਂ, ਮੈਨੇਜਰ ਉੱਥੇ ਦਾ ਏਅਰਪੋਰਟ ਦਾ ਮੈਨੇਜਰ ਤੇ ਜਿਹੜੀ ਉੱਥੇ ਦੀ ਜਿਹੜੀ ਵੀਕ ਦੀ ਜਿਹੜੀ ਡੇ ਮੈਨੇਜਰ ਸੀ ਉਹ, ਤੇ ਪ੍ਰਕਾਸ਼ ਸਿੰਘ ਜਿਹੜਾ ਸਾਡਾ ਏਅਰਪੋਰਟ ਤੇ ਮੁੰਡਾ ਕੰਮ ਕਰਦਾ, ਅੰਦਰੋਂ ਸਿੱਧਾ ਕਢਾ ਕੇ ਬਾਹਰ ਲੈ ਕੇ ਆਏ। ਨਾਲ ਜਥੇਦਾਰ ਰਘਬੀਰ ਸਿੰਘ ਵੀ ਨਾਲ ਸੀ ਉਹਨਾਂ ਦੇ। ਕਿਧਰੇ ਲਾਈਨ 'ਚ ਨਹੀਂ ਲੱਗਣ ਦਿੱਤਾ, ਨਾ ਇਮੀਗ੍ਰੇਸ਼ਨ ਦੀ ਲਾਈਨ 'ਚ ਲੱਗਣ ਦਿੱਤਾ ਉਹਨਾਂ ਨੇ ਮਤਲਬ ਇੰਨਾ ਸਤਿਕਾਰ ਕੀਤਾ ਏਅਰਪੋਰਟ ਵਾਲੇ ਨੇ। ਏਅਰਪੋਰਟ ਵਾਲੇ ਐਵੇਂ ਹੱਥ ਜੋੜ ਕੇ ਖਲੋਤੇ ਸੀ, ਏਅਰਪੋਰਟ ਜਿਹੜੇ ਗੋਰੇ ਮੈਨੇਜਰ ਸੀ ਨਾ ਅੱਗੇ, ਨਾਲ ਇੱਕ ਬੀਬੀ ਮੈਨੇਜਰ ਸੀ, ਐਵੇਂ ਹੱਥ ਜੋੜ ਕੇ ਜਦੋਂ ਬਾਹਰ ਨਿਕਲੇ ਨੇ ਜਹਾਜ਼ ਦੇ ਵਿੱਚੋਂ, ਐਵੇਂ ਹੱਥ ਜੋੜ ਕੇ ਖਲੋਤੇ ਸੀ ਬਾਹਰ। ਤੇ ਇੰਨੀ ਮਤਲਬ ਗੁਰੂ ਸਾਹਿਬ ਦਿਲ ਨੂੰ ਬਹੁਤ ਖੁਸ਼ੀ ਹੁੰਦੀ, ਉਹ ਇੰਨੀ ਖੁਸ਼ੀ ਹੋਈ ਜਦੋਂ ਬਾਹਰ ਕੱਢ ਕੇ ਲੈ ਕੇ ਆਏ। ਫਿਰ ਸਾਡੇ ਚਲੋ ਜਿਹੜੇ ਵੀ ਚੈਨਲ ਹੈਗੇ ਸੀ ਉਹ ਖਲੋਤੇ ਸੀ ਉੱਥੇ, ਉਹਨਾਂ ਨੇ ਲਾਈਵ ਪ੍ਰੋਗਰਾਮ ਕੀਤਾ, ਅਸੀਂ ਬੜਾ ਸਤਿਕਾਰ ਕੀਤਾ 5 ਪਿਆਰੇ ਸਾਹਿਬਾਨ ਦਾ। ਫਿਰ ਸਿੱਧਾ ਏਅਰਪੋਰਟ ਤੋਂ ਅਸੀਂ ਪੰਡਾਲ, ਅਜੇ ਸਾਡਾ 2 ਦਿਨ ਬਾਅਦ ਪ੍ਰੋਗਰਾਮ ਸ਼ੁਰੂ ਹੋਣਾ ਸੀ, ਮਗਰ ਪੰਡਾਲ ਤੇ ਲੈ ਕੇ ਗਏ। ਉੱਥੇ ਅਸੀਂ ਨਨਕਾਣਾ ਸਾਹਿਬ ਪਿੱਛੇ ਬਣਾਇਆ ਸੀ ਪੂਰਾ ਇੱਕਦਮ ਮਾਹੌਲ, ਤੇ ਮਤਲਬ ਇਹ ਜਿਹੜਾ ਸਾਡੀ ਉਡੀਕਿਆ ਜਿਹੜਾ ਪ੍ਰੋਗਰਾਮ, ਜਦੋਂ 5 ਪਿਆਰੇ ਸਾਹਿਬਾਨ ਨੇ ਮੈਨਚੈਸਟਰ ਦੀ ਧਰਤੀ ਤੇ ਕਦਮ ਰੱਖਿਆ ਨਾ, ਤੇ ਸਮਝ ਲਓ ਉੱਥੇ ਅਸੀਂ ਐਵੇਂ ਸੀ, ਸੰਗਤਾਂ ਦਾ ਪਿਆਰ ਉਸਾ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਆਪ ਆਏ ਨੇ। ਬਿਲਕੁਲ ਬਿਲਕੁਲ। ਇੰਨਾ ਮਤਲਬ ਇੰਨਾ ਪਿਆਰ ਦਿੱਤਾ ਗੁਰੂ ਨੇ, ਕੱਲੇ ਸੰਗਤਾਂ ਨੇ ਆਪਣੇ ਘਰ ਸੱਦਿਆ, ਘਰ ਸੱਦਣ ਤੋਂ ਬਾਅਦ ਪਿਆਰ ਦਿੱਤਾ। ਸਾਰਿਆਂ ਨੂੰ ਵੱਡੀ ਗੱਲ ਹੈ 23 ਤੋਂ 24 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਚਲੋ ਮੈਂ ਰੇਣੀ ਤੁਹਾਡਾ, ਕਿਉਂਕਿ ਤੁਸੀਂ ਜਿਹੜੇ ਵਾਹਿਗੁਰੂ ਦੀ ਅਰਦਾਸ ਕਰਦੇ ਆਪਾਂ ਕਿ ਹਰ ਸਾਲ ਤੁਹਾਡਾ ਇਸ ਤੋਂ ਵੀ ਵਧੀਆ ਸਮਾਗਮ ਹੋਣ, ਤੇ ਸਾਨੂੰ ਵੀ ਇਹੋ ਜਿਹੇ ਮਹਾਨ ਸ਼ਖਸੀਅਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਰਹੇ। ਸੋ ਸਿੰਘ ਸਾਹਿਬ ਜੀ, ਇੱਕ ਕਿਉਂਕਿ ਜਦੋਂ ਆਪਾਂ ਅਨੰਦਪੁਰ ਸਾਹਿਬ ਨੂੰ ਜਾਂਦੇ ਹਾਂ, ਹੋਲਾ ਮਹੱਲਾ ਹੋਵੇ, ਚਾਹੇ ਕੋਈ ਵੀ ਸਮਾਗਮ ਹੋਵੇ, ਤੇ ਉੱਥੇ ਥਾਂ ਤੇ ਲੰਗਰ ਲੱਗੇ ਹੁੰਦੇ ਆ ਦੂਰੋਂ ਹੀ ਜੀ। ਲੇਕਿਨ ਜਦੋਂ ਆਪਾਂ ਦੇਖਦੇ ਹਾਂ ਕਿ ਉਹ ਜਿਹੜੇ ਲੰਗਰ ਛਕਾਉਣ ਵਾਲੇ ਤੁਹਾਨੂੰ ਹੁੰਦੇ ਆ, ਚਲੋ ਉਹਨਾਂ ਦੇ ਦਿਲ ਦੀ ਸ਼ਰਧਾ ਹੁੰਦੀ, ਪਰ ਫਿਰ ਵੀ ਕਈ ਥਾਂ ਵੱਡੇ ਹੰਪ ਬਣਾਏ ਹੁੰਦੇ ਆ ਜੋ ਬਹੁਤ ਖਤਰਨਾਕ ਹੁੰਦੇ ਮੇਨ ਸੜਕਾਂ ਤੇ। ਕਈ ਥਾਂ ਸੜਕ ਦੇ ਵਿੱਚ ਤੁਹਾਨੂੰ ਆਣ ਕੇ ਘੇਰ ਕੇ ਜਾਂਦੇ ਜੀ ਲੰਗਰ ਸਾਡੇ ਛਕੋ। ਹੁਣ ਇੱਕ ਬੰਦਾ ਲੰਗਰ ਇੱਥੋਂ ਛਕ ਲਿਆ, ਹਰ ਥਾਂ ਤੋਂ ਲੰਗਰ ਨਹੀਂ ਛਕ ਸਕਦੇ। ਕੀ ਇਹਦੇ ਤੇ ਕੋਈ ਹੋਣਾ ਚਾਹੀਦਾ ਕੰਟਰੋਲ ਵੀ, ਇੰਨੇ ਥਾਂ ਜ਼ਿਆਦਾ ਲੰਗਰ ਨਹੀਂ ਲੱਗਣੇ ਚਾਹੀਦੇ, ਜਾਂ ਇਸੇ ਤਰ੍ਹਾਂ ਚੱਲੀ ਜਾਵੇ? ਦੇਖੋ ਜੀ, ਹੋਲਾ ਮਹੱਲਾ ਖਾਲਸੇ ਦਾ ਕੌਮੀ ਤਿਉਹਾਰ ਹੈ। ਹਾਂਜੀ। ਅਨੰਦਪੁਰ ਸਾਹਿਬ ਦੀ ਧਰਤੀ ਤੇ ਤਕਰੀਬਨ ਲਗਭਗ 50 ਲੱਖ ਦੇ ਕਰੀਬ ਸੰਗਤਾਂ ਸ਼ਿਰਕਤ ਕਰਦੀਆਂ ਨੇ। ਹਾਂਜੀ। 6 ਦਿਨ ਇਹ ਹੋਲਾ ਮਹੱਲਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਚੱਲਦਾ ਹੈ। ਹਾਂਜੀ। 3 ਦਿਨ ਕੀਰਤਪੁਰ ਸਾਹਿਬ ਦੀ ਧਰਤੀ ਤੇ, ਅਗਲੇ 3 ਦਿਨ ਅਨੰਦਪੁਰ ਸਾਹਿਬ ਵਿਖੇ। ਔਰ ਇੰਨੀ ਜ਼ਿਆਦਾ ਤਾਦਾਦ ਦੇ ਵਿੱਚ ਸੰਗਤਾਂ ਆਉਂਦੀਆਂ, ਤੇ ਜੇ ਆਪਾਂ ਕਿ ਤਖ਼ਤ ਸਾਹਿਬ ਦੇ ਜਿਹੜੇ 4 ਸਫੇਰੇ 5-7 ਲੰਗਰ ਲੱਗੇ ਹੁੰਦੇ ਨੇ, ਵੀ ਉਹ ਸੰਗਤਾਂ ਦੀ ਜਿਹੜੀ ਇਹਨੂੰ ਸਹੂਲਤ ਨੂੰ ਪੂਰਾ ਕਰ ਸਕਣਗੇ ਲੰਗਰ ਦੇ ਨੂੰ, ਤੇ ਉਹ ਨਹੀਂ ਪੂਰਾ ਕਰ ਸਕਦੇ। ਇਹ ਕਰਕੇ ਦੂਰ ਤੱਕ ਸੰਗਤਾਂ ਨੂੰ ਪ੍ਰੇਰਨਾ ਕਰਕੇ ਵੀ ਆਪਾਂ ਲੰਗਰ ਲਾਉਣੇ ਆ, ਵੀ ਆਓ ਅਨੰਦਪੁਰ ਸਾਹਿਬ ਵਿਖੇ ਤੁਸੀਂ ਲੰਗਰ ਲਾਓ। ਸੰਗਤਾਂ ਆਉਂਦੀਆਂ ਨੇ, ਉਹਨਾਂ ਦੇ ਅੰਦਰ ਬੜਾ ਉਤਸ਼ਾਹ ਹੁੰਦਾ ਵੀ ਅਸੀਂ ਜਿਹੜੀਆਂ ਗੁਰੂ ਕਲਗੀਧਰ ਪਿਤਾ ਦੇ ਅਸਥਾਨ ਤੇ ਔਰ ਆਪਣੇ ਨਗਰ ਦੇ ਵਿੱਚ, ਕਿਉਂਕਿ ਖਾਲਸੇ ਦਾ ਆਪਣਾ ਨਗਰ ਹੈ, ਵੀ ਆਪਣੇ ਨਗਰ ਦੇ ਵਿੱਚ ਆਪਣੇ ਪਿਤਾ ਨੂੰ ਮਿਲਣ ਵਾਸਤੇ ਸੰਗਤਾਂ ਆ ਰਹੀਆਂ। ਬੜੇ ਉਤਸ਼ਾਹ ਦੇ ਨਾਲ ਜਦੋਂ ਪੁੱਤਰ ਦੇ ਮਨ ਦੇ ਅੰਦਰ ਖਿੱਚ ਹੋਵੇ ਆਪਣੇ ਪਿਤਾ ਨੂੰ ਮਿਲਣ ਦੀ, ਤੇ ਉਹ ਇੱਕ ਵੱਖਰਾ ਹੀ ਆਨੰਦ ਹੁੰਦਾ ਹੈ। ਹਾਂਜੀ। ਤੇ ਇਸ ਤਰ੍ਹਾਂ ਹਰ ਇੱਕ ਸਿੱਖ ਜਦੋਂ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਮਿਲਣ ਦੇ ਲਈ ਆਉਂਦਾ, ਉੱਥੇ ਅਸਥਾਨ ਤੇ ਨਮਸਕਾਰ ਕਰਨ ਦੇ ਲਈ ਆਉਂਦਾ ਹੈ। ਉਹਦੇ ਅੰਦਰ ਇੱਕ ਸ਼ਰਧਾ ਹੁੰਦੀ ਹੈ, ਤੇ ਜਿਹੜੇ ਉਹ ਯਾਤਰੂ ਨੇ ਉਹਨਾਂ ਲਈ ਲੰਗਰ ਦਾ ਪ੍ਰਬੰਧ ਜਿੰਨੇ ਵੀ ਕਰਨਾ ਜ਼ਰੂਰੀ ਹੁੰਦਾ ਹੈ। ਥਾਂ ਦੇ ਉੱਪਰ ਜਿਹੜੇ ਲੰਗਰਾਂ ਦਾ ਪ੍ਰਬੰਧ ਕੀਤਾ ਹੁੰਦਾ ਹੈ, ਔਰ ਉਹ ਬੜੇ ਪਿਆਰ ਦੇ ਨਾਲ ਕਹਿੰਦੇ ਕੋਈ ਇੱਕ ਗਰਾਹੀ ਵੀ ਸਾਡੇ ਕੋਲੇ ਆ ਕਰਕੇ ਛਕ ਲਵੇ, ਉਹ ਸਾਡੀ ਜਿਹੜੀ ਸੇਵਾ ਉਹ ਸਫਲ ਹੋ ਸਕੇ। ਉਹ ਇਸ ਭਾਵਨਾ ਦੇ ਨਾਲ
ਸੰਗਤਾਂ ਨੂੰ ਹੱਥ ਜੋੜ ਕਰਕੇ ਉਹ ਬੇਨਤੀਆਂ ਕਰਦੇ ਰਹਿੰਦੇ ਵੀ ਆਓ ਤੁਸੀਂ ਥੋੜਾ ਜਿਹਾ ਵੀ ਛਕ ਲਓ, ਜੇ ਤੁਸੀਂ ਥੋੜਾ ਜਿਹਾ ਛਕ ਲਓ ਭਾਂਡੇ ਹੀ ਝੂਠੇ ਕਰ ਜਾਓ, ਇਹਦੇ ਨਾਲ ਸਾਡਾ ਵੀ ਨਾਲ ਸੇਵਾ ਜਿਹੜੀ ਉਹ ਸਫਲ ਹੋ ਜਾਏਗੀ। ਸਰ ਦੇਖੋ ਕਿ ਵੀ ਗੁਰੂ ਨਾਨਕ ਦੇਵ ਜੀ ਨੇ ਤਾਂ 20 ਰੁਪਈਆਂ ਦਾ ਜਿਹੜਾ ਸੱਚਾ ਸੌਦਾ ਕੀਤਾ ਸੀ, ਉਹ ਲੰਗਰ ਅੱਜ ਤੱਕ ਦੇਖੋ ਕਿੱਦਾਂ ਟੁੱਟ ਵਰਤ ਰਹੇ ਨੇ। ਸਿੰਘ ਸਾਹਿਬ ਜੀ, ਜੇ ਆਪਾਂ ਗੱਲ ਕਰੀਏ ਅੱਜ ਆਪਾਂ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਜੀ ਜਿੱਥੇ ਆਪਾਂ ਸਮਾਗਮ ਮਰਾ ਰਹੇ ਹਾਂ, ਲੇਕਿਨ ਦੇਸ਼ ਵਿਦੇਸ਼ ਚੋਂ ਆਪਣੇ ਅੱਜ ਜੇ ਆਪਾਂ ਸਿੱਖੀ ਦੀ ਗੱਲ ਕਰੀਏ, ਨਾਨਕ ਨਾਮ ਲੇਵਾ ਸਿੱਖਾਂ ਦੀ ਗੱਲ ਕਰੀਏ ਜੀ, ਤੇ ਦੇਸ਼ ਵਿਦੇਸ਼ ਪੂਰੀ ਦੁਨੀਆ ਦੇ ਵਿੱਚ ਆਪਾਂ ਅੱਜ ਵਿਚਰ ਰਹੇ ਹਾਂ, ਆਪਾਂ ਰਹਿ ਰਹੇ ਹਾਂ, ਲੇਕਿਨ ਸਾਰੇ ਤਾਂ ਉੱਥੇ ਨਹੀਂ ਜਾ ਸਕਦੇ। ਉਹਨਾਂ ਲਈ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਜਿਹੜੇ ਨਹੀਂ ਜਾ ਸਕਦੇ? ਵੈਸੇ ਸਿੱਖ ਚੈਨਲ ਨੇ ਕੋਸ਼ਿਸ਼ ਕਰਨੀ ਲਾਈਵ ਦਿਖਾਇਆ ਜਾਵੇ, ਲੇਕਿਨ ਫਿਰ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ? ਜਿੰਨੀਆਂ ਵੀ, ਕਿਉਂਕਿ ਸਾਰੇ ਅਸੀਂ ਵੀ ਨਹੀਂ ਹੋ ਸਕਦਾ ਵੀ ਸਤਿਗੁਰੂ ਕਿਰਪਾ ਕਰੇ ਤੇ ਸਾਨੂੰ ਵੀ ਦਰਸ਼ਨ ਦੀਦਾਰੇ ਬਖਸ਼ਿਸ਼ ਕਰਦੇ। ਹਾਂਜੀ, ਹੋ ਸਕਦਾ ਵੀ ਸਾਡੇ ਵਰਗੇ ਬਹੁਤ ਸਾਰੇ ਰਹਿ ਜਾਂਦੇ ਨੇ, ਕਿਉਂਕਿ ਪਿੱਛੇ ਜਿਵੇਂ ਤਖਤ ਸਾਹਿਬ ਤੇ ਅਸੀਂ ਵੀ ਉੱਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਗੁਰਪੁਰਬ ਮਨਾਉਣਾ, ਪਿਛਲੇ ਵੀ ਪ੍ਰਭਾਵ ਵੇਖਣੇ ਨੇ, ਸਮਾਂ ਲੱਗੇ ਤਾਂ ਜ਼ਰੂਰ ਅਸੀਂ ਵੀ ਦਰਸ਼ਨ ਕਰਾਂਗੇ। ਹਾਂਜੀ, ਤੇ ਜਿੰਨੀਆਂ ਵੀ ਸਿੱਖ ਸੰਗਤਾਂ ਬਾਹਰ ਬੈਠੀਆਂ ਨੇ, ਦੇਸਾਂ ਵਿਦੇਸਾਂ ਵਿੱਚ ਬੈਠੀਆਂ ਨੇ, ਔਰ ਜਿਹੜੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਉਸ ਸਮੇਂ ਦੌਰਾਨ ਨਹੀਂ ਜਾ ਸਕਦੀਆਂ, ਮੈਂ ਨਿਮਰਤਾ ਸਹਿਤ ਸਮੁੱਚੀ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਆਓ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉੱਚੇ ਸੁੱਚੇ ਸਿਧਾਂਤਾਂ ਨੂੰ ਅਪਣਾਈਏ, ਆਪਣੇ ਜੀਵਨ ਦੇ ਅੰਦਰੋਂ ਨਸ਼ਿਆਂ ਦਾ ਤਿਆਗ ਕਰੀਏ, ਪਤਿਤ ਪੁਣੇ ਦਾ ਤਿਆਗ ਕਰੀਏ, ਭਰੂਣ ਹੱਤਿਆ ਦਾ ਤਿਆਗ ਕਰੀਏ, ਗਰੀਬਾਂ ਦੀ ਲੋੜਵੰਦਾਂ ਦੀ ਮਦਦ ਕਰੀਏ, ਉਹਨਾਂ ਦੀ ਹੈਲਪ ਕਰੀਏ। ਔਰ ਇਹਦੇ ਵਿੱਚੋਂ ਜਦੋਂ ਅਸੀਂ ਗਰੀਬਾਂ ਦੇ ਨਾਲ ਪਿਆਰ ਕਰਾਂਗੇ, ਸਤਿਗੁਰੂ ਜੀ ਨੇ ਕਿਤੇ ਵੱਡਿਆਂ ਦੇ ਨਾਲ ਪਿਆਰ ਨਹੀਂ ਕੀਤਾ, ਅਮੀਰਾਂ ਨਾਲ ਪਿਆਰ ਨਹੀਂ ਕੀਤਾ, ਹਮੇਸ਼ਾ ਗਰੀਬਾਂ ਦੇ ਨਾਲ ਪ੍ਰੇਮ ਕੀਤਾ ਹੈ। ਸਾਹਿਬ ਨੇ ਬਚਨ ਵੀ ਕੀਤੇ ਨੇ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਔਰ ਇਹਦੇ ਲਈ ਸਤਿਗੁਰੂ ਨੂੰ ਗਰੀਬ ਨਿਵਾਜ ਕਿਹਾ ਜਾਂਦਾ ਹੈ। ਬਿਲਕੁਲ, ਕਦੇ ਵੀ ਸ਼ਬਦ ਤੁਸੀਂ ਇਸ ਤਰ੍ਹਾਂ ਦਾ ਨਹੀਂ ਪੜੋਗੇ ਜਿੱਥੇ ਲਿਖਿਆ ਹੋਵੇ ਅਮੀਰ ਨਿਵਾਜ਼। ਅਮੀਰ ਨਿਵਾਜ਼ ਕਿਤੇ ਵੀ ਸ਼ਬਦ ਤੁਹਾਨੂੰ ਮਿਲੇਗਾ ਨਹੀਂ, ਤੇ ਜਿੱਥੇ ਮਿਲੇਗਾ ਗਰੀਬ ਨਿਵਾਜ਼ ਸ਼ਬਦ ਮਿਲੇਗਾ। ਗੁਰਬਾਣੀ ਦੇ ਅੰਦਰ ਵੀ ਗਰੀਬ ਨਿਵਾਜ਼, ਇਤਿਹਾਸ ਦੇ ਅੰਦਰ ਇਤਿਹਾਸ ਨੂੰ ਪੜ੍ਹੋ ਤੇ ਗਰੀਬ ਨਿਵਾਜ਼ ਹੈ। ਔਰ ਉਹ ਗਰੀਬ ਨਿਵਾਜ਼ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਪਾਂ 550 ਸਾਲਾ ਪਾਵਨ ਪ੍ਰਕਾਸ਼ ਗੁਰਪ ਮਨਾ ਰਹੇ ਹਾਂ। ਸਾਡਾ ਮਨਾਇਆ ਹੋਇਆ ਤਾਂ ਹੀ ਸਫਲ ਹੈ ਜੇ ਅਸੀਂ ਸਤਿਗੁਰਾਂ ਦੇ ਅਮੋਲਕ ਗੁਣਾਂ ਦੇ ਵਿੱਚੋਂ ਕੋਈ ਇੱਕ ਕਿਣਕਾ ਮਾਤਰ ਗੁਣ ਵੀ ਆਪਣੇ ਹਿਰਦੇ ਦੇ ਅੰਦਰ ਵਸਾ ਲਈਏ, ਕਿਰਤ ਕਰੀਏ, ਨਾਮ ਜਪੀਏ, ਵੰਡ ਛਕੀਏ। ਔਰ ਜਦੋਂ ਇਹਨਾਂ ਸਿਧਾਂਤਾਂ ਨੂੰ ਅਪਣਾਵਾਂਗੇ, ਆਪਣੀ ਕਿਰਤ ਦੇ ਵਿੱਚੋਂ ਦਸਵੰਧ ਕੱਢਣਾ ਸਿੱਖੀਏ। ਦਸਵੰਧ ਗੁਰੂ ਕੀ ਗੋਲਕ, ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ। ਔਰ ਜਦੋਂ ਗਰੀਬਾਂ ਦੇ ਨਾਲ ਪਿਆਰ ਕਰਾਂਗੇ, ਫਿਰ ਗੁਰੂ ਨਾਨਕ ਸਾਡੇ ਉੱਪਰ ਤਰੁੱਠੇਗਾ, ਰਹਿਮਤਾਂ ਕਰੇਗਾ, ਇਹ ਜੀਵਨ ਸਾਡਾ ਸੁਹੇਲਾ ਹੋ ਜਾਏਗਾ। ਲੇਕਿਨ ਇੱਕ, ਕਿਉਂਕਿ ਆਪਣਾ ਸਮਾਂ ਆਪਣੀ ਰਫ਼ਤਾਰੇ ਤੁਰਿਆ ਜਾ ਰਿਹਾ, ਕਿ ਜੋ ਪੰਜਾਬ, ਜੋ ਜਿਹਨਾਂ ਸੰਗਤਾਂ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਜਾਣਾ, ਕਈਆਂ ਨੇ ਪੰਜਾਬ ਪੂਰੀ ਦੁਨੀਆ ਚੋਂ ਰੱਖ ਲਓ ਜਾਂ ਪੰਜਾਬ ਵਿੱਚੋਂ ਕਈਆਂ ਨੇ ਟਰਾਲੀਆਂ ਟਰੱਕਾਂ ਤੇ ਜਾਣਾ, ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਕਿ ਉਹ ਸੜਕਾਂ ਨੂੰ ਜਾਮ ਨਾ ਲਾਉਣ, ਜਾਂ ਕਿਸ ਤਰ੍ਹਾਂ ਕੀ ਕਹਿਣਾ ਚਾਹੁੰਦੇ? ਔਰ ਜਿਹੜੇ ਵੀਰ ਮੋਟਰਸਾਈਕਲਾਂ ਤੇ ਬਹੁਤ ਸਾਰੇ ਆਪਣੇ ਸਿਲੈਂਸਰ ਉਤਾਰ ਕਰਕੇ, ਔਰ ਸਿਲੈਂਸਰਾਂ ਤੋਂ ਬਿਨਾਂ ਮੋਟਰਸਾਈਕਲ ਲੈ ਕੇ ਜਾਂਦੇ ਨੇ, ਉਹਦੀ ਬਹੁਤ ਜ਼ਿਆਦਾ ਆਵਾਜ਼ ਹੁੰਦੀ ਹੈ, ਬੜਾ ਪ੍ਰਦੂਸ਼ਣ ਹੁੰਦਾ ਹੈ। ਉਹਨਾਂ ਨੂੰ ਜਿਹੜੇ ਬਹੁਤ ਤਾਤ ਦੇ ਵਿੱਚ ਆਪਾਂ ਇੱਕ ਪੰਜਾਬੀ ਸ਼ਬਦ ਵਰਤਦੇ ਹਾਂ, ਹੁੱਲੜਬਾਜ਼, ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਆਪਾਂ ਗੁਰੂ ਨਾਨਕ ਦੀਆਂ ਰਹਿਮਤਾਂ ਪ੍ਰਾਪਤ ਕਰਨੀਆਂ ਨੇ, ਹੁੱਲੜਬਾਜ਼ੀ ਨਾ ਕਰੀਏ, ਔਰ ਬੜੇ ਹੀ ਸਲੀਕੇ ਦੇ ਨਾਲ, ਬੜੇ ਸਹਿਜ ਦੇ ਨਾਲ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆਪਾਂ ਸ਼ਿਰਕਤ ਕਰੀਏ, ਸਤਿਗੁਰਾਂ ਨੂੰ ਨਤਮਸਤਕ ਹੋਈਏ। ਔਰ ਜਿੰਨੇ ਵੀ ਵੀਰ ਟਰੈਕਟਰ ਟਰੈਲੀਆਂ ਦੇ ਰਾਹੀਂ ਜਾਂਦੇ ਨੇ, ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਟਰੈਕਟਰ ਟਰੈਲੀਆਂ ਔਰ ਬੜੇ ਹੀ ਧਿਆਨ ਦੇ ਨਾਲ ਚਲਾਉਣ, ਔਰ ਕੋਈ ਇਸ ਤਰ੍ਹਾਂ ਦੀ ਕੋਈ ਦੁਰਘਟਨਾ ਨਾ ਵਾਪਰੇ। ਗੁਰੂ ਨਾਨਕ ਕਿਰਪਾ ਕਰੇ ਕਿ ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਆਪਣੇ ਦਰੋਂ ਕਰੋ ਸਿੱਖੀ ਬਖਸ਼ਿਸ਼ ਕਰੇ, ਭਉ ਭਾਵਨੀ ਬਖਸ਼ੇ, ਆਪਣੇ ਦਰ ਦੀ ਪ੍ਰੀਤ ਤੇ ਪ੍ਰਤੀਤ ਬਖਸ਼ਿਸ਼ ਕਰਕੇ ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਨਿਵਾਜਣ। ਔਰ ਬੇਨਤੀ ਹੈ ਕਿ ਭਾਈ, ਔਰ ਜਿੰਨੇ ਵੀ ਹੁੱਲੜਬਾਜ਼ ਵੀਰ ਨੇ, ਉਹਨਾਂ ਨੂੰ ਵੀ ਬੇਨਤੀ ਹੈ ਕਿ ਹੁੱਲੜਬਾਜ਼ੀ ਨਾ ਕੀਤੀ ਜਾਵੇ, ਸਲੀਕੇ ਦੇ ਨਾਲ ਆਪਾਂ ਸਾਰੇ ਔਰ ਨਤਮਸਤਕ ਗੁਰੂ ਨਾਨਕ ਪਾਤਸ਼ਾਹ ਨੂੰ ਹੋਈਏ, ਗੁਰੂ ਨਾਨਕ ਦੀਆਂ ਰਹਿਮਤਾਂ ਪ੍ਰਾਪਤ ਕਰੀਏ। ਮੈਂ ਧੰਨਵਾਦੀ ਹਾਂ ਤੁਹਾਡਾ, ਕਿਉਂਕਿ ਸਮੇਂ ਨੇ ਆਪਣੇ ਹਿਸਾਬ ਨਾਲ ਕਰਵਟ ਬਦਲ ਲਈ। ਵੈਸੇ ਚਾਹੁੰਦੇ ਤੇ ਇਹ ਸੀ ਕਿ ਜਿੰਨਾ ਸਮਾਂ ਵੱਧ ਤੋਂ ਵੱਧ ਤੁਹਾਡੇ ਵਿਚਾਰ ਸੁਣ ਸਕੀਏ, ਸੰਗਤਾਂ ਸੁਣ ਤੇ ਤੁਹਾਡੇ ਧੰਨਵਾਦੀ ਹੋਈਏ, ਲੇਕਿਨ ਫਿਰ ਵੀ ਅਸੀਂ ਤੇ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ, ਤੇ ਮੈਂ ਧੰਨਵਾਦੀ ਹਾਂ
ਸਿੰਘ ਸਾਹਿਬ ਗਿਆਨੀ ਕੂਲਾ ਸਿੰਘ ਜੀ ਉਹਨਾਂ ਦਾ ਹੈੱਡ ਗ੍ਰੰਥੀ ਤਖਤ ਸ੍ਰੀ ਕੇਸਗੜ੍ਹ ਸਾਹਿਬ, ਜੋ ਉਚੇਚੇ ਤੌਰ ਤੇ ਅੱਜ ਸਿੱਖ ਚੈਨਲ ਦੇ ਸਟੂਡੀਓ 'ਚ ਆਏ, ਜਿਨ੍ਹਾਂ ਨੇ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ। ਸੋ ਆ ਅਰਦਾਸ ਕਰੀਏ ਕਿ 550 ਸਾਲਾਂ ਤੇ ਜਿੱਥੇ ਵੀ ਆਪਾਂ ਹੋਈਏ, ਆਪਣੇ ਦਿਲ 'ਚੋਂ ਗੁਰੂ ਨਾਨਕ ਦੇ ਲਈ ਮੱਥਾ ਟੇਕ ਕੇ ਅਰਦਾਸ ਕਰੀਏ ਕਿ ਪੂਰੀ ਦੁਨੀਆ 'ਚ ਜਿੱਥੇ ਸਿੱਖੀ ਵੱਸਦੀ, ਮਨੁੱਖਤਾ ਵੱਸਦੀ, ਹਮੇਸ਼ਾ ਚੜ੍ਹਦੀ ਕਲਾ 'ਚ ਬਸੇ। ਸੋ ਸਾਡੀ ਪੂਰੀ ਟੀਮ ਵੱਲੋਂ ਸਿੰਘ ਸਾਹਿਬ ਉਹਨਾਂ ਦਾ ਮੈਂ ਧੰਨਵਾਦ ਜਿੱਥੇ ਕਰਦਾ ਹਾਂ, ਉੱਥੇ ਭੁੱਲਾਂ ਚੁੱਕਾਂ ਦੀ ਖਿਮਾ ਮੰਗਦਾ ਹੋਇਆ ਫਤਿਹ ਵੀ ਬੁਲਾਉਣਾ ਹਾਂ। ਸਾਡੀ ਪੂਰੀ ਟੀਮ ਨੂੰ ਦੋ ਇਜਾਜ਼ਤ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।